ਮਾਣਯੋਗ ਪ੍ਰਧਾਨ ਮੰਤਰੀ ਜੀ ਅਤੇ ਸਭ ਨੂੰ ਨਮਸਕਾਰ। PM ਕਿਸਾਨ ਯੋਜਨਾ ਦੇ ਤਹਿਤ DBT ਰਾਹੀਂ ਧਨ ਰਾਸ਼ੀ ਜਮ੍ਹਾਂ ਕਰਨ ਅਤੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨ ਲਈ ਆਯੋਜਿਤ ਪ੍ਰੋਗਰਾਮ ਵਿੱਚ ਅਸੀਂ ਮਾਣਯੋਗ ਪ੍ਰਧਾਨ ਮੰਤਰੀ ਜੀ ਦਾ ਸਵਾਗਤ ਕਰਦੇ ਹਾਂ। ਮੈਂ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰਿੰਦਰ ਸਿੰਘ ਤੋਮਰ ਜੀ ਨੂੰ ਸਵਾਗਤੀ ਸ਼ਬਦਾਂ ਦੀ ਬੇਨਤੀ ਕਰਦਾ ਹਾਂ। ਅੱਜ ਦੇ ਇਸ ਮੌਕੇ ਤੇ ਆਪਣੇ ਸਭ ਦਰਮਿਆਨ ਵਿਰਾਜਮਾਨ ਆਪਣੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਅਤੇ ਸੰਸਾਰ ਦੇ ਸਭ ਤੋਂ ਵੱਧ ਹਰਮਨ ਪਿਆਰੇ ਨੇਤਾ ਮਾਣਯੋਗ ਸ਼੍ਰੀ ਨਰਿੰਦਰ ਮੋਦੀ ਜੀ ਇਸ ਮੌਕੇ ਤੇ ਗਵਾਹ ਬਣ ਰਹੇ ਵੱਖੋ ਵੱਖਰੇ ਸੂਬਿਆਂ ਦੇ ਮਾਣਯੋਗ ਮੁੱਖ ਮੰਤਰੀ ਸਾਹਿਬਾਨ, ਕੇਂਦਰੀ ਮੰਤਰੀ ਮੰਡਲ ਦੇ ਸਾਰੇ ਮੈਂਬਰ ਸਾਹਿਬਾਨ, ਕੇਂਦਰੀ ਖੇਤੀਬਾੜੀ ਰਾਜ ਮੰਤਰੀ ਸ਼੍ਰੀਮਾਨ ਕੈਲਾਸ਼ ਚੌਧਰੀ ਜੀ, ਸ਼੍ਰੀਮਤੀ ਸ਼ੋਭਾ ਜੀ, ਸੂਬਿਆਂ ਦੇ ਉਪ ਮੁੱਖ ਮੰਤਰੀ ਸਾਹਿਬਾਨ, ਖੇਤੀਬਾੜੀ ਮੰਤਰੀ ਸਾਹਿਬਾਨ, ਸਕੱਤਰ ਖੇਤੀਬਾੜੀ ਭਾਰਤ ਸਰਕਾਰ ਅਤੇ ਪੂਰੇ ਦੇਸ਼ ਭਰ ਵਿੱਚੋਂ ਸਾਰੇ ਸੂਬਿਆਂ ਤੋਂ ਖੇਤੀ ਨਾਲ ਸੰਬੰਧਿਤ ਸਾਡੇ ਅਧਿਕਾਰੀ ਸਾਹਿਬਾਨ ਅਤੇ ਸੂਬਿਆਂ ਤੋਂ ਖੇਤੀ ਵਿਗਿਆਨ ਕੇਂਦਰਾਂ ਤੋਂ, ਖੇਤੀਬਾੜੀ ਯੂਨੀਵਰਸਿਟੀਆਂ ਤੋਂ ਜੁੜੇ ਹੋਏ ਸਾਡੇ ਕਿਸਾਨ ਭਰਾਵੋ ਤੇ ਭੈਣੋ, ਅੱਜ ਆਪਣੇ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਅੱਜ ਮਾਣਯੋਗ ਪ੍ਰਧਾਨ ਮੰਤਰੀ ਜੀ ਦੇ ਕਰ ਕਮਲਾਂ ਨਾਲ 9 ਕਰੋੜ 75 ਲੱਖ ਕਿਸਾਨਾਂ ਨੂੰ 19,500 ਕਰੋੜ ਰੁਪਏ ਦੀ ਕਿਸ਼ਤ PM ਕਿਸਾਨ ਯੋਜਨਾ ਦੇ ਅਧੀਨ ਹਰ ਕਿਸਾਨ ਦੇ ਖਾਤੇ ਵਿੱਚ ਜਮ੍ਹਾਂ ਕੀਤੀ ਜਾਵੇਗੀ। ਮੈਂ ਮੰਤਰਾਲੇ ਵੱਲੋਂ ਮਾਣਯੋਗ ਪ੍ਰਧਾਨ ਮੰਤਰੀ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ, ਕਿਉਂਕਿ ਜਦੋਂ ਵੀ ਪਿੰਡਾਂ, ਗਰੀਬਾਂ ਜਾਂ ਕਿਸਾਨਾਂ ਦੀ ਗੱਲ ਆਉਂਦੀ ਹੈ, ਪ੍ਰਧਾਨ ਮੰਤਰੀ ਜੀ ਕਿਰਪਾਪੂਰਵਕ ਮੰਤਰਾਲੇ ਨੂੰ ਸਮਾਂ ਦਿੰਦੇ ਹਨ, ਕਿਸਾਨਾਂ ਨਾਲ ਗੱਲਬਾਤ ਕਰਦੇ ਹਨ, ਉਹਨਾਂ ਨੂੰ ਪ੍ਰੋਤਸਾਹਿਤ ਕਰਨ ਦਾ ਵੀ ਕੰਮ ਕਰਦੇ ਹਨ ਅਤੇ ਆਉਣ ਵਾਲੇ ਕੱਲ੍ਹ ਵਿੱਚ ਇਹ ਖੇਤਰ ਮੋਹਰੀ ਖੇਤਰ ਬਣੇ। ਇਸ ਨਜ਼ਰ ਨਾਲ ਪ੍ਰਧਾਨ ਮੰਤਰੀ ਜੀ ਦਾ ਉਦਾਰਤਾਪੂਰਵਕ ਜੋ ਵਿਵਹਾਰ ਹੈ ਉਹ ਦੇਸ਼ ਦੀ ਤਰੱਕੀ ਦੇ ਲਈ ਮੀਲ ਦਾ ਪੱਥਰ ਹੈ ਅਤੇ ਸਾਡੇ ਸਾਰੇ ਮੰਤਰਾਲੇ ਵੱਲੋਂ ਮਾਣਯੋਗ ਪ੍ਰਧਾਨ ਮੰਤਰੀ ਜੀ ਦਾ ਦਿਲੋਂ ਬਹੁਤ ਬਹੁਤ ਸਵਾਗਤ ਕਰਦੇ ਹਾਂ, ਬਹੁਤ ਬਹੁਤ ਜੀ ਆਇਆਂ ਕਹਿੰਦੇ ਹਾਂ। ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਹਾਜ਼ਰੀ ਕਾਰਨ ਅੱਜ ਦੇਸ਼ ਭਰ ਵਿੱਚ ਮੁੱਖ ਮੰਤਰੀ ਸਾਹਿਬਾਨ, ਖੇਤੀਬਾੜੀ ਮੰਤਰੀ ਸਾਹਿਬਾਨ, ਕੇਂਦਰੀ ਮੰਤਰੀ ਸਾਹਿਬਾਨ ਅਤੇ ਕਿਸਾਨ ਭਰਾ ਤੇ ਭੈਣਾਂ 7 ਕਰੋੜ ਤੋਂ ਵੱਧ ਗਿਣਤੀ ਵਿੱਚ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ। ਉਹਨਾਂ ਸਭ ਦਾ ਵੀ ਮੈਂ ਇਸ ਮੌਕੇ ਦਿਲੋਂ ਬਹੁਤ ਬਹੁਤ ਸਵਾਗਤ ਕਰਦਾ ਹਾਂ, ਬਹੁਤ ਬਹੁਤ ਜੀ ਆਇਆਂ ਕਹਿੰਦਾ ਹਾਂ। ਅੱਜ 9 ਅਗਸਤ ਹੈ ਅਤੇ ਪ੍ਰਧਾਨ ਮੰਤਰੀ ਜੀ ਨੇ 9 ਅਗਸਤ ਦਾ ਸਮਾਂ ਦੇਸ਼ ਦੇ ਕਿਸਾਨਾਂ ਲਈ ਦਿੱਤਾ ਹੈ, ਪਰ ਇਹ ਤਾਰੀਖ ਦੇਸ਼ ਦੇ ਇਤਿਹਾਸ ਵਿੱਚ ਬਹੁਤ ਹੀ ਮਹੱਤਵਪੂਰਨ ਥਾਂ ਰੱਖਦੀ ਹੈ। ਅੱਜ ਦੇ ਹੀ ਦਿਨ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਹੋਈ ਸੀ। ਇਸ ਅੰਦੋਲਨ ਦੇ ਨਤੀਜੇ ਵਜੋਂ ਆਪਣੇ तमाम ਸੁਤੰਤਰਤਾ ਸੈਨਾਨੀਆਂ ਦੇ ਤਿਆਗ, ਤਪੱਸਿਆ ਅਤੇ ਬਲੀਦਾਨ ਦੇ ਨਤੀਜੇ ਵਜੋਂ ਆਪਣਾ ਦੇਸ਼ ਆਜ਼ਾਦ ਹੋਇਆ ਹੈ। ਇਸ ਮੌਕੇ ਤੇ ਮੈਂ ਸਾਰੇ ਹਾਜ਼ਰ ਕਿਸਾਨ ਭਰਾਵਾਂ ਭੈਣਾਂ ਦੀ ਤਰਫੋਂ ਸਾਰੇ ਸੁਤੰਤਰਤਾ ਸੈਨਾਨੀਆਂ ਦੇ ਚਰਨਾਂ ਵਿੱਚ ਸ਼ਰਧਾਂਜਲੀ ਪੇਸ਼ ਕਰਦਾ ਹਾਂ। ਸਾਰਾ ਦੇਸ਼ ਇਸ ਦਾ ਗਵਾਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਲਗਾਤਾਰ ਦੇਸ਼ ਦੇ ਸਰਬਪੱਖੀ ਵਿਕਾਸ ਦੀ ਦ੍ਰਿਸ਼ਟੀ ਤੋਂ ਕੰਮ ਕਰ ਰਹੇ ਨੇ। ਸੰਪੂਰਨ ਵਿਕਾਸ ਹੋਵੇ, ਸੰਤੁਲਿਤ ਵਿਕਾਸ ਹੋਵੇ, ਦੇਸ਼ ਅੱਗੇ ਵਧੇ, ਦੁਨੀਆ ਵਿੱਚ ਭਾਰਤ ਦਾ ਰੁਤਬਾ ਵਧੇ, ਦੁਨੀਆ ਵਿੱਚ ਭਾਰਤ ਦੀ ਤਾਕਤ ਵਧੇ, ਇਸ ਦ੍ਰਿਸ਼ਟੀ ਨਾਲ ਲਗਾਤਾਰ ਉਹਨਾਂ ਦਾ ਯਤਨ ਰਿਹਾ ਹੈ।
देश इस गल का गवाह है कि इस वार जदों ओलंपिक होने वाला सी तां ओलंपिक तो पहलां भी उन्होंने खिडारियां नाल चर्चा की, उन्होंने प्रोत्साहित किया, उन्हों का हौसला वधाया। खिडारियां की मेहनत, उन्हों का समर्पण ਅਤੇ प्रधान मंत्री जी की हौसला अफजाई उस दे नतीजे वजों अज आपां देख रहे हाँ कि भारत नूं ओलंपिक विच अनेक तमगे हासिल होए ने। मैं ये कहाँ तो अतकथनी नहीं होवेगी। ओलंपिक के इतिहास विच भारत का ये सर्वोत्तम प्रदर्शन है। मैं किसान भरावां ते भैणां वल्लों सब खिडारियां नूं भी बहुत बहुत शुभकामनावां इस मौके ते देना चाहुंदा हाँ ਅਤੇ प्रधान मंत्री जी नूं बहुत बहुत वधाई इस मौके ते देना चाहुंदा हाँ। आपां जाणदे हाँ कि प्रधान मंत्री जी ने 2014 विच जदों तो काम संभालिया उदों तो लगातार उन्हां दी ये कोशिश रही है कि गरीब दे जीवन पद्धर विच बदलाव आए ਅਤੇ किसान दी आमदन दुगणी होवे। किसान दी आमदन दुगणी करन दे लई अनेक योजनावां दा संचालन भारत सरकार वल्लों सूबा सरकारां दे सहयोग नाल कीता जा रहा है ਅਤੇ उस दा नतीजा निश्चित रूप नाल अज अपने देश नूं देखण नूं मिल रहा है। जिथे सुधार की लोड़ है उत्थे सुधार किए गए ने। खेती सुधार कानूनां नूं लागू किया गया है ਅਤੇ निम कोटेड यूरिया वर्गे अनेक उपराले देश विच कीते गए ने, जिस करके फर्टिलाइज़र की व्यवस्था निश्चित तौर उत्ते किसान तक पहुँची है ਅਤੇ किसान जो हर साल आने वाली परेशानी हुंदी सी उस तो बचिया है। हाले कुछ ही दिन पहला आपां जाणदे हाँ कि जदों DAP दे कौमांतरी भाव वधे ਅਤੇ उस वेले अजिहा लग रहा सी कि हुण किसान नूं महंगा DAP खरीदना पएगा, पर प्रधानमंत्री जी ने थोड़ा जिहा भी समा नहीं लगाया, बैठक की, फैसला लिया ते हुक्म जारी किए। एक उत्ते 1200 रुपए तक की सबसिडी देने का फैसला प्रधानमंत्री जी ने किया। उसका ही नतीजा है अज DAP का एक थैला किसान नूं 1200 रुपए विच मिल रहा है। फसल बीमा राही किसानां नूं एक सफल सुरक्षा ढाल देने की कोशिश की ਅਤੇ मैनू ये कहते हुए खुशी है कि पिछले सालों विच 17,000 करोड़ रुपया किसानां दा प्रीमियम आया, पर उस दे फलसरूप किसानां दे नुकसान की भरपाई 94,000 करोड़ रुपए के रूप विच कंपनियां दे राही की गई है। साडी PM किसान योजना निश्चित तौर उत्ते बहुत ही सफल ਅਤੇ सार्थक है। सवाल इस योजना के अधीन साल विच 3 किश्तां विच 6,000 रुपए देने का नहीं है। सवाल इस गल का है कि एक छोटा किसान जो शाहूकारी के कर्जे नाल दम तोड़ दिंदा सी, उस किसान दे प्रति प्रधानमंत्री जी की सोच, प्रधानमंत्री जी की संवेदनशीलता ਅਤੇ उसकी तकलीफ विच ਅਤੇ उसदे अगे वधण विच सहयोग करन दी सरकार की जो नीयत है, वो नीयत इस गल की सूचक है कि प्रधानमंत्री जी किसान नूं किस दिशा विच ले जाना चाहुंदे हन ਅਤੇ खेती के खेत्र विच देश अगे वधे। इस दृष्टि नाल प्रधानमंत्री जी किन्नी वड्डी कोशिश है, ये PM किसान योजना इस गल की सूचक है। ਅਤੇ पिछले दिनी मैनू ध्यान है कि जब तो PM किसान योजना शुरू हुई है, अज दे 19,500 करोड़ रुपए नूं छड्ड के इस तो पहला 11 करोड़ तो वध किसानां नूं 1,37,000 करोड़ रुपए प्रधानमंत्री जी वल्लों किसानां दे खाते विच पहुँचाउण दा एक सफल उपराला किया गया है, जिसका लाभ निश्चित तौर नाल किसानां नूं मिल रहा है। पिछले दिनी कोविड तो ठीक पहला फरवरी 20 विच प्रधानमंत्री जी ने कहा सी कि जो लोग प्रधानमंत्री किसान सन्मान निधि दे पात्र नहीं बन सके, उन्हां सब नूं इस नाल जोड़ना चाहिए है। ਅਤੇ इस मुहिम की शुरुआत उत्तर प्रदेश के चित्रकूट तो प्रधानमंत्री जी ने की ਅਤੇ उस तो बाद लॉकडाउन आया, कोविड आया, लगातार असीं जो संभल नहीं पा रहे हाँ, पर इस दे नालों नाल प्रधानमंत्री जी का जो संकल्प सी, उस संकल्प दे नाल विभाग जुड़िया, बैंकां जुड़ियां ਅਤੇ सब लोगों ने मिल के काम किया
ਤਾਂ ਕੋਵਿਡ ਦੇ ਇਸ ਸਮੇਂ ਵੀ 2 ਕਰੋੜ 28 ਲੱਖ ਕਿਸਾਨਾਂ ਨੂੰ 2,32,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ ਕਿਸਾਨਾਂ ਨੂੰ ਉਪਲਬਧ ਕਰਵਾਇਆ ਗਿਆ। ਇਹ ਅਭਿਆਨ ਆਪਣੇ ਆਪ ਵਿੱਚ ਇਸ ਗੱਲ ਦਾ ਸੂਚਕ ਹੈ ਕਿ ਗਰੀਬ ਕਿਸਾਨ ਨੂੰ ਕਿਵੇਂ ਤਾਕਤਵਰ ਬਣਾਇਆ ਜਾਵੇ। ਇਸ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਜੀ ਕਿੰਨੇ ਯਤਨਸ਼ੀਲ ਹਨ। ਅੱਜ ਫਿਰ ਅਸੀਂ ਇੱਕ ਵਾਰ ਸਾਰੇ ਕਿਸਾਨਾਂ ਦੇ ਨਾਲ ਇਸ ਪ੍ਰੋਗਰਾਮ ਰਾਹੀਂ ਮਿਲ ਰਹੇ ਹਾਂ, ਪਰ ਮੈਂ ਕਿਸਾਨ ਭਰਾਵਾਂ ਭੈਣਾਂ ਨੂੰ ਇੱਕ ਪਾਸੇ ਤਾਂ ਇਸ ਗੱਲ ਲਈ ਧੰਨਵਾਦ ਦੇਣਾ ਚਾਹੁੰਦਾ ਹਾਂ ਕਿ ਕੋਵਿਡ ਦੀਆਂ ਵਿਪਰੀਤ ਪਰਿਸਥਿਤੀਆਂ ਵਿੱਚ ਪ੍ਰਧਾਨ ਮੰਤਰੀ ਜੀ ਦੀ ਦੂਰਦ੍ਰਿਸ਼ਟੀ ਵਾਲੀ ਸੋਚ ਦੇ ਕਾਰਨ तमाम ਤਰ੍ਹਾਂ ਦੇ ਖੇਤੀ ਖੇਤਰ ਨੂੰ ਛੋਟ ਦਿੱਤੀ ਗਈ। ਉਸ ਦੇ ਨਤੀਜੇ ਵਜੋਂ ਕਿਸਾਨਾਂ ਨੇ ਬੰਪਰ ਪੈਦਾਵਾਰ ਕੀਤੀ। ਕਿਸਾਨਾਂ ਨੇ ਸਹੀ ਤਰ੍ਹਾਂ ਨਾਲ ਆਪਣੀ ਫਸਲ ਨੂੰ ਘੱਟੋ ਘੱਟ ਸਮਰਥਨ ਮੁੱਲ 'ਤੇ ਵੀ ਵੇਚਿਆ ਤੇ ਬਾਜ਼ਾਰ ਵਿੱਚ ਵੀ ਵੇਚਿਆ ਤੇ ਕਿਸਾਨਾਂ ਨੂੰ ਨਿਸ਼ਚਿਤ ਰੂਪ ਨਾਲ MSP ਦਾ ਵੀ ਪੂਰਨ ਲਾਭ ਮਿਲਿਆ ਹੈ ਅਤੇ ਇਸ ਨਾਲ ਕਿਸਾਨ ਦੀ ਤਾਕਤ ਵਧੀ ਹੈ ਅਤੇ ਆਉਣ ਵਾਲੇ ਕੱਲ੍ਹ ਵਿੱਚ ਵੀ ਜੋ ਫਸਲਾਂ ਅੰਦਾਜ਼ਾ ਹੈ ਉਹ ਨਿਸ਼ਚਿਤ ਤੌਰ 'ਤੇ ਕਿਸਾਨ ਮਿਹਨਤ ਨਾਲ ਕੰਮ ਕਰੇਗਾ ਤੇ ਆਉਣ ਵਾਲੇ ਕੱਲ੍ਹ ਵਿੱਚ ਵੀ ਖੇਤੀ ਦੇ ਖੇਤਰ ਵਿੱਚ ਅਸੀਂ ਚੰਗੀ ਪੈਦਾਵਾਰ ਕਰਨ ਵਿੱਚ ਸਫਲ ਹੋਵਾਂਗੇ। ਦਾਲਾਂ ਤੇ ਤੇਲ ਬੀਜਾਂ ਦੀ ਦ੍ਰਿਸ਼ਟੀ ਤੋਂ ਪ੍ਰਧਾਨ ਮੰਤਰੀ ਨਿਰੰਤਰ ਚਿੰਤਿਤ ਰਹਿੰਦੇ ਨੇ ਅਤੇ ਦਾਲਾਂ ਤੇ ਤੇਲ ਬੀਜ ਦੀ ਦ੍ਰਿਸ਼ਟੀ ਤੋਂ ਅਲੱਗ-ਅਲੱਗ ਪ੍ਰੋਗਰਾਮ ਬਣਾ ਕੇ ਇਸ ਤੇ ਫੋਕਸ ਕੀਤਾ ਜਾ ਰਿਹਾ ਹੈ। ਆਉਣ ਵਾਲੇ ਕੱਲ੍ਹ ਵਿੱਚ ਇਸ ਦੀ ਕਮੀ ਵੀ ਜੋ ਦੇਸ਼ ਵਿੱਚ ਦਿਖਦੀ ਹੈ ਉਹ ਕਮੀ ਨਾ ਰਹੇ, ਬਰਾਮਦ ਉੱਪਰ ਆਪਣੀ ਨਿਰਭਰਤਾ ਘਟੇ ਅਤੇ ਕਿਸਾਨ ਦੀ ਆਮਦਨ ਵਧੇ, ਉਸ ਨੂੰ ਬਣਦੀ ਕੀਮਤ ਮਿਲੇ। ਇਸ ਦਿਸ਼ਾ ਵਿੱਚ ਭਾਰਤ ਸਰਕਾਰ ਪੂਰੇ ਹੱਲੇ ਨਾਲ ਕੰਮ ਕਰ ਰਹੀ ਹੈ। ਅੱਜ ਆਪਣੇ ਸਭ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਜੀ ਫਿਰ ਇੱਕ ਵਾਰ PM ਕਿਸਾਨ ਸਨਮਾਨ ਨਿਧੀ ਦੇ ਪ੍ਰੋਗਰਾਮ ਵਿੱਚ ਆਪਾਂ ਸਭ ਦੇ ਦਰਮਿਆਨ ਮੌਜੂਦ ਨੇ। ਮੈਂ ਕਰੋੜਾਂ ਕਰੋੜ ਕਿਸਾਨਾਂ ਵੱਲੋਂ ਮਾਣਯੋਗ ਪ੍ਰਧਾਨ ਮੰਤਰੀ ਜੀ ਦਾ ਦਿਲੋਂ ਬਹੁਤ-ਬਹੁਤ ਸਵਾਗਤ ਕਰਦਾ ਹਾਂ, ਬਹੁਤ-ਬਹੁਤ ਜੀ ਆਇਆਂ ਕਹਿੰਦਾ ਹਾਂ। ਬਹੁਤ-ਬਹੁਤ ਧੰਨਵਾਦ। ਜੈ ਹਿੰਦ। ਮਾਣਯੋਗ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੀ ਦਾ ਧੰਨਵਾਦ। ਹੁਣ ਮਾਣਯੋਗ ਪ੍ਰਧਾਨ ਮੰਤਰੀ ਜੀ ਦੇ ਸਾਹਮਣੇ ਇੱਕ ਫਿਲਮ ਦੀ ਪ੍ਰਸਤੁਤੀ ਕੀਤੀ ਜਾ ਰਹੀ ਹੈ। अन्नदाता किसान की खुशहाली और उनकी आय में वृद्धि के लिए भारत सरकार समर्पित है। माननीय प्रधानमंत्री श्री नरेंद्र मोदी जी के दूरदर्शी नेतृत्व में भारत सरकार 7 वर्षों से लगातार खेती को आधुनिक बनाने, किसान साथियों के हितों को सुनिश्चित करने और उनको आत्मनिर्भर भारत का मजबूत भागीदार बनाने के लिए निर्णायक और व्यापक कदम उठा रही है। हमने दुनिया भर में कृषि क्षेत्र में क्या क्रांति आई है, क्या बदलाव आए हैं, क्या नए इनिशिएटिव आए हैं, क्या अर्थव्यवस्था के साथ कैसे जोड़ा है, सारी चीजों का गहन अध्ययन किया। इसके बाद हमने अपने अलग अलग लक्ष्य बनाए और सभी पर एक साथ काम शुरू किया। किसानों को समर्पित भारत सरकार ने कृषि के बजट में 512% की वृद्धि की है, जहां वर्ष 2013-14 का कृषि बजट लगभग 22,000 करोड़ रुपए था। वहीं वर्ष 2020-21 का कृषि बजट 1,34,000 करोड़ रुपए से अधिक किया गया, जिसके कारण किसान कल्याण की विभिन्न योजनाओं का लाभ अन्नदाताओं को मिल रहा है। किसानों को अधिक लाभ देने के लिए सरकार ने अधिसूचित सभी 22 फसलों के न्यूनतम समर्थन मूल्य को लागत से 1.5 गुना किया है, जिसके तहत वर्ष 2013-14 की तुलना में वर्ष 2020-21 में धान के MSP में 43% से अधिक और गेहूं में 41% की वृद्धि की गई है। साथ ही MSP के तहत सरकार ने पिछले 5 सालों में वर्ष 2009 से 14 की तुलना में धान की 2 गुना, तिलहन की 11 गुना और दलहन की 88 गुना से अधिक मूल्य की खरीद की है। किसानों की आवश्यकताओं को ध्यान में रखते हुए कोरोना काल में भी 2 करोड़ से अधिक नए किसान क्रेडिट कार्ड जारी किए गए, जिसके माध्यम से अतिरिक्त 2 लाख करोड़ रुपए से अधिक का ऋण उपलब्ध कराया गया। सरकार के प्रयासों और किसानों की कड़ी मेहनत का ही परिणाम है कि खाद्यान्न के रिकॉर्ड उत्पादन के कारण कोरोना काल में 80 करोड़ से अधिक लोगों को प्रधानमंत्री गरीब कल्याण अन्न योजना के तहत खाद्यान्न की आपूर्ति सुनिश्चित की गई। उत्पादन में आत्मनिर्भर होने के साथ साथ फसल की कटाई के उपरांत उपज की हानि को रोकने और ग्रामीण क्षेत्रों में रोजगार सृजन के उद्देश्य से माननीय प्रधानमंत्री जी ने
1 वर्ष पूर्व एग्रीकल्चर इंफ्रास्ट्रक्चर फंड नामक एक महत्वाकांक्षी केंद्रीय योजना का भी शुभारंभ किया। इस योजना ने मात्र 1 वर्ष में ही सफलता की कई नई मिसालें कायम की हैं, जैसे कि राजस्थान के लाभार्थी श्री यशवर्धन मुंद्रा ने सॉर्टिंग एंड ग्रेडिंग यूनिट लगाकर रोजगार के अवसर पैदा किए। कर्नाटक की महिला उद्यमी श्रीमती ममता वी ने प्राइमरी प्रोसेसिंग सेंटर लगाकर प्रगति की नई राह चुनी है। मध्य प्रदेश के लाभार्थी श्री विपिन त्रिपाठी ने एग्रीकल्चर वेस्ट से बायोफ्यूल बनाने का इनोवेटिव प्राइमरी प्रोसेसिंग सेंटर लगाया है। किसानों को आत्मनिर्भर बनाने के निरंतर प्रयासों में प्रधानमंत्री किसान सम्मान निधि योजना का महत्वपूर्ण योगदान है, जिसकी शुरुआत 24 फरवरी 2019 को माननीय प्रधानमंत्री श्री नरेंद्र मोदी जी के द्वारा की गई। पीएम किसान योजना का पूरा खर्च भारत सरकार वहन करती है, जिसके तहत लाभार्थी किसानों को प्रतिवर्ष 6,000 रुपए की सम्मान राशि 2,000 रुपए की 3 समान किश्तों में सीधे उनके बैंक खातों में हस्तांतरित की जाती है। सभी भू जोतधारी किसानों को इसमें शामिल किया गया है। पीएम किसान योजना की लोकप्रियता और सफलता इसी बात से प्रमाणित होती है कि अब तक 10 करोड़ से अधिक किसानों के बैंक खातों में 1,37,000 करोड़ रुपए से अधिक की राशि सीधे ट्रांसफर की जा चुकी है। योजना की 9वीं किश्त के रूप में आज माननीय प्रधानमंत्री श्री नरेंद्र मोदी जी पीएम किसान के 9.5 करोड़ से अधिक लाभार्थियों के बैंक खातों में 19,000 करोड़ रुपए से अधिक की सम्मान राशि ट्रांसफर कर रहे हैं। आत्मनिर्भर हो रहे हैं किसान, मिल रही है उनको एक नई पहचान। ਵੀਡੀਓ ਪ੍ਰਸਤੁਤੀ ਵੀਡੀਓ ਪੇਸ਼ ਕਰਨ ਲਈ ਧੰਨਵਾਦ। ਹੁਣ ਅਸੀਂ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਾਂਗੇ ਕਿ ਉਹ ਬਟਨ ਦਬਾਉਣ ਅਤੇ ਸਿੱਧੇ ਲਾਭ ਤਬਾਦਲੇ ਰਾਹੀਂ 9,75,46,378 ਕਿਸਾਨਾਂ ਨੂੰ 19,508 ਕਰੋੜ ਰੁਪਏ ਤੋਂ ਵੱਧ ਦੀ ਧਨਰਾਸ਼ੀ ਟ੍ਰਾਂਸਫਰ ਕਰਨ। ਇਹ ਧਨਰਾਸ਼ੀ ਲਾਭਪਾਤਰੀਆਂ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਵੇਗੀ। प्रधानमंत्री जी का बहुत बहुत धन्यवाद। ਹੁਣ ਅਸੀਂ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਪੀਐਮ ਕਿਸਾਨ ਯੋਜਨਾ ਦੇ ਲਾਭਪਾਤਰੀ ਗੋਆ ਤੋਂ ਸ਼੍ਰੀਮਤੀ ਪ੍ਰਤਿਭਾ ਵਿਲਿਪ ਜੀ ਨਾਲ ਗੱਲਬਾਤ ਲਈ ਸੱਦਾ ਦਿੰਦੇ ਹਾਂ, ਜੋ ਝੋਨੇ ਦੀ ਖੇਤੀ ਕਰਦੇ ਹਨ, ਕਾਜੂ, ਨਾਰੀਅਲ ਅਤੇ ਸੁਪਾਰੀ ਦੀ ਵੀ ਖੇਤੀ ਕਰਦੇ ਹਨ। ਸ਼੍ਰੀਮਤੀ ਪ੍ਰਤਿਭਾ ਵਿਲਿਪ ਜੀ। प्रतिभा जी नमस्ते। माननीय प्रधानमंत्री जी नमस्कार। तुसी मराठी बोलते हो या कोंकणी बोलते हो? हिंदी आती है थोड़ी थोड़ी आती है। अच्छा प्रतिभा जी दसो कि तुसी किन्नियां फसलां दी खेती करते हो? मैनू दसो कि तुसी किसी खास तरीके का इस्तेमाल करते हो? मैनू भी उत्सुकता हो गई है कि मैं भी समझा कि तुसी की करते हो। प्रधानमंत्री जी मैं मिश्रित खेती करती हूँ। इसमें नारियल, काजू, सुपारी, केले आदि शामिल हैं। इसके साथ मैं श्री पद्धति से चावल की भी खेती करती हूँ, जिसमें कम खर्च में अच्छी पैदावार होती है। अच्छा प्रतिभा जी ये दसो कि तुहानू पीएम किसान योजना के राही ये जो 2-2 हज़ार रुपए मिलते हैं उसका तुहानू कितना लाभ हुंदा है, कितना उपयोग हुंदा है? इस योजना से राशि से मैं बीज, खाद, कीटनाशक लाने में खर्च करती हूँ। इस योजना से मुझे बहुत लाभ हुआ। ਤਾਂ प्रतिभा जी तुसी हिंदी किवें बोल लेंदे हो? तुहाडे तां सब कोंकणी बोलते हैं। हाँ कोंकणी बोलते हैं। हिंदी फिल्मां देखते होवोगे? देखती है और स्कूल में पढ़ लिखा। और बच्चों को भी पढ़ाते हैं। अच्छा बच्चों नू भी पढ़ाउंदे हो? हाँ बच्चों को। अच्छा बच्चे की पढ़ते ने? अभी 2 की शादी हुई और
इसने एक ने टीवाई किया था, दूसरी 10th, तीसरी 12th हो गई यानी ये टीवाई है। ਤੁਸੀਂ ਇੰਨੇ ਸਾਰੇ ਖੇਤੀ ਦੇ ਪ੍ਰਯੋਗ ਕਰਦੇ ਹੋ ਤਾਂ ਬਾਕੀ ਕਿਸਾਨ ਦੇਖਣ ਲਈ ਆਉਂਦੇ ਨੇ? ਤੁਸੀਂ ਕੀ ਕਰਦੇ ਹੋ, ਕਿਵੇਂ ਕਰਦੇ ਹੋ ਇਕੱਠੀਆਂ ਇੱਕ ਹੀ ਜ਼ਮੀਨ ਵਿੱਚ ਇੰਨੀਆਂ ਚੀਜ਼ਾਂ ਇਕੱਠੀਆਂ? नहीं, मेरा पति भी मुझे हाथ बढ़ाता है और बच्चे भी बढ़ाते हैं और मजदूर भी थोड़े लेते हैं। ਨਹੀਂ, ਆਂਢ ਗੁਆਂਢ ਦੇ ਲੋਕ ਆਉਂਦੇ ਨੇ ਦੇਖਣ, ਹੋਰ ਕਿਸਾਨ ਆਉਂਦੇ ਦੇਖਣ? और आते हैं। हाँ, ਫਿਰ ਉਹ ਪੁੱਛਦੇ ਨੇ ਤੁਸੀਂ ਇਹ ਕਮਾਲ ਕਿਵੇਂ ਕੀਤਾ? और उसको मालूम है, हाँ, उसने हमको एग्रीकल्चर में सब उसका ट्रेनिंग दिया था। अब सब लोग ऐसे ही श्री पद्धति में करते हैं। ਪ੍ਰਤਿਭਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈ ਕਿ ਤੁਸੀਂ ਇੰਨੀ ਤਰ੍ਹਾਂ ਦੀਆਂ ਫਸਲਾਂ ਉਗਾਉਂਦੇ ਹੋ। ਇਸ ਵਿੱਚ ਬਹੁਤ ਮਿਹਨਤ ਲੱਗਦੀ ਹੈ, ਫਸਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਤੁਸੀਂ ਇਹ ਸਾਰੇ ਕੰਮ ਬਹੁਤ ਹੀ ਬਾਖੂਬੀ ਕਰ ਰਹੇ ਹੋ। ਪ੍ਰਤਿਭਾ ਜੀ, ਜਦ ਅਸੀਂ PM ਕਿਸਾਨ ਯੋਜਨਾ ਸ਼ੁਰੂ ਕੀਤੀ ਤਾਂ ਕਿਹਾ ਜਾਂਦਾ ਸੀ ਕਿ ਇਸ ਰਕਮ ਨਾਲ ਕਿਸਾਨ ਦਾ ਕੀ ਭਲਾ ਹੋਵੇਗਾ। ਅੱਜ ਤੁਸੀਂ ਦੱਸ ਦਿੱਤਾ ਕਿ ਸਾਡੇ ਕਿਸਾਨ ਇਸ ਰਕਮ ਦਾ ਕਿੰਨਾ ਵਧੀਆ ਇਸਤੇਮਾਲ ਕਰ ਰਹੇ ਨੇ। ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਅਤੇ ਤੁਹਾਡੇ ਬੱਚੇ ਪੜ੍ਹ ਲਿਖ ਕੇ ਬਹੁਤ ਅੱਗੇ ਜਾਣ, ਇਹ ਮੇਰਾ ਉਹਨਾਂ ਨੂੰ ਆਸ਼ੀਰਵਾਦ ਹੈ। आपको मेरे हृदय से प्रणाम। ਧੰਨਵਾਦ। ਧੰਨਵਾਦ ਸ਼੍ਰੀਮਤੀ ਪ੍ਰਤਿਭਾ ਜੀ। ਮਾਣਯੋਗ ਪ੍ਰਧਾਨ ਮੰਤਰੀ ਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਹੀ ਦੇ ਦਿਨ ਬੀਤੇ ਸਾਲ ਤੁਸੀਂ ਇਹ ਕ੍ਰਿਸ਼ੀ ਯੋਜਨਾ ਸ਼ੁਰੂ ਕੀਤੀ ਸੀ। ਅੱਜ ਉਹਦਾ 1 ਸਾਲ ਪੂਰਾ ਹੋ ਗਿਆ ਹੈ। ਹੁਣ ਮੈਂ ਮਹਾਰਾਸ਼ਟਰ ਦੇ ਸ਼੍ਰੀ ਦੇਵੇਂਦਰ ਦਾਨੇਸ਼ਵਰ ਤਪੇਦਕਰ ਨੂੰ ਸੱਦਾ ਦੇਵਾਂਗਾ ਜੋ ਖੇਤੀ ਯੋਜਨਾ ਦੇ ਲਾਭਪਾਤਰੀ ਹਨ। ਇਸ ਯੋਜਨਾ ਤਹਿਤ ਸ਼੍ਰੀ ਦੇਵੇਂਦਰ ਜੀ ਦੁਆਰਾ ਮਹਾਰਾਸ਼ਟਰ ਵਿੱਚ ਅੰਬ ਅਤੇ ਕੇਲਾ ਪਕਾਉਣ ਦਾ ਪ੍ਰੋਜੈਕਟ ਸਥਾਪਿਤ ਕੀਤਾ ਗਿਆ ਹੈ। ਸ਼੍ਰੀ ਦੇਵੇਂਦਰ ਜੀ। ਦੇਵੇਂਦਰ ਜੀ ਨਮਸਕਾਰ। ਨਮਸਕਾਰ ਸਰ, ਦੱਸੋ ਕੀ ਕਰਦੇ ਹੋ ਤੁਸੀਂ? ਬੇਸਿਕਲੀ ਮੈਂ ਇੱਕ ਕਿਸਾਨ ਹਾਂ, ਅੰਬ ਉਤਪਾਦਕ ਹਾਂ। ਮੈਂ ਅੰਬ ਪੈਦਾ ਕਰਦਾ ਅਤੇ ਇਸ ਪ੍ਰੋਜੈਕਟ ਤੋਂ ਪਹਿਲਾਂ 14-15 ਦਿਨ ਲੱਗਦੇ ਸੀ। ਹੁਣ ਇਸ ਦੀ ਵਜ੍ਹਾ ਕਰਕੇ ਮੈਂ 4-5 ਦਿਨ ਵਿੱਚ ਅੰਬ ਪਕਾ ਲੈਂਦਾ ਹਾਂ। ਯਾਨੀ ਆਰਗੈਨਿਕ ਵੇ ਹੈ ਜਾਂ ਕਾਰਬਾਈਡ ਦਾ ਉਪਯੋਗ ਕਰਦੇ ਹੋ? ਨਹੀਂ, ਪੂਰੀ ਤਰ੍ਹਾਂ ਆਰਗੈਨਿਕ ਹੈ, ਸਾਇੰਟੀਫਿਕਲੀ ਸਾਬਤ ਹੈ ਅਤੇ ਕੋਈ ਹਾਨੀਕਾਰਕ ਨਹੀਂ ਸਿਹਤ ਲਈ। ਤੁਹਾਡੀ ਪੜ੍ਹਾਈ ਕੀ ਹੈ? ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ। ਅੱਛਾ, ਫਿਰ ਤੁਸੀਂ ਖੇਤੀ 'ਚ ਲੱਗ ਗਏ। ਹਾਂ, ਪਿਤਾ ਜੀ ਪਹਿਲਾਂ ਤੋਂ ਹੀ ਖੇਤੀ ਕਰਦੇ ਸੀ। ਉਸ ਤੋਂ ਬਾਅਦ ਮੈਂ ਅਤੇ ਮੇਰਾ ਭਰਾ ਅਤੇ ਮੇਰੀ ਪੂਰੀ ਫੈਮਿਲੀ ਲੱਗ ਗਏ ਖੇਤੀ ਵਿੱਚ। ਸਰ, ਤੁਸੀਂ ਫਸਲ ਪਕਾਉਣ ਦਾ ਕੰਮ ਕਰਦੇ ਹੋ ਤਾਂ ਫਸਲ ਕਦੇ-ਕਦੇ ਖਰਾਬ ਵੀ ਹੋ ਜਾਂਦੀ ਹੋਏਗੀ। ਫਲ ਪਕਾਉਂਦੇ ਹੋ ਤੁਸੀਂ ਤਾਂ? ਹਾਂ, ਹੁੰਦੀ ਸੀ, ਪਹਿਲਾਂ ਹੁੰਦੀ ਸੀ। ਜਦੋਂ ਅਸੀਂ ਪਕਾਉਂਦੇ ਸੀ ਉਸ ਵੇਲੇ 20-30% ਖਰਾਬ ਹੋਣ ਦਾ ਚਾਂਸ ਸੀ। ਪਰ ਹੁਣ ਇਹ ਰਾਈਪਨਿੰਗ ਚੈਂਬਰ ਕਰਕੇ ਕੀ ਹੋਇਆ ਕਿ ਹੁਣ 20 ਤੋਂ 28 ਤੋਂ 30 ਡਿਗਰੀ ਦਾ ਤਾਪਮਾਨ ਬਰਕਰਾਰ ਰਹਿੰਦਾ ਹੈ। ਤਾਂ ਉਸ ਵਿੱਚ ਸਪੌਂਜੀ ਟਿਸ਼ੂ ਦਾ ਜੋ ਇਸ਼ੂ ਸੀ ਤਾਪਮਾਨ ਕਰਕੇ, ਉਹ ਖਤਮ ਹੋ ਗਿਆ। 28 ਤੋਂ 30 ਡਿਗਰੀ ਬਰਕਰਾਰ ਰਹਿੰਦਾ ਹੈ ਅਤੇ ਉਸ ਨਾਲ ਸਪੌਂਜੀ ਟਿਸ਼ੂ ਨਿਕਲ ਗਿਆ। ਸਰ, ਤਾਂ ਤੁਹਾਡਾ ਇਹ ਕਿਸਾਨਾਂ ਨੂੰ ਪਤਾ ਹੈ ਕਿ ਹੁਣ ਲੋਕ ਇਹ ਕਾਰਬਾਈਡ ਨਾਲ ਪਕਾਏ ਹੋਏ ਫਲ ਖਾਣਾ ਪਸੰਦ ਨਹੀਂ ਕਰਦੇ ਹਨ। ਆਰਗੈਨਿਕ ਤਰੀਕੇ ਨਾਲ ਪੱਕੇ ਹੋਏ ਫਲ ਖਾਣਾ ਪਸੰਦ ਕਰਦੇ ਨੇ ਅਤੇ ਇਸ ਲਈ ਉਹਨਾਂ ਨੂੰ ਪੈਸੇ ਜ਼ਿਆਦਾ ਮਿਲਦੇ ਨੇ ਕਿਸਾਨਾਂ ਨੂੰ। ਹਾਂ, ਬਿਲਕੁਲ। ਤੁਸੀਂ ਦੇਖੋ, ਅਸੀਂ ਖੁਦ ਦਾ ਪ੍ਰੋਡਕਟ ਬਣਾ ਦਿੱਤਾ ਹੈ। ਮੈਂ ਕੀ ਕੀਤਾ, ਮੈਂ ਮਾਰਕੀਟ ਬਣਾ ਲਈ। ਮੇਰਾ ਜੋ ਬ੍ਰਾਂਡ ਹੈ ਉਸ ਦਾ ਨਾਮ ਹੈ ਸ਼੍ਰੀ ਵਿਸ਼ੇਸ਼ਵਰ ਮੈਂਗੋ ਅਤੇ ਉਸ ਉੱਪਰ ਮੈਂ ਲਿਖ ਸਕਦਾ ਹਾਂ ਕਿ ਸਾਇੰਟੀਫਿਕਲੀ ਪ੍ਰੂਵਨ ਆਰਗੈਨਿਕ ਰਿਪਨ ਲਿਖ ਸਕਦਾ ਹਾਂ। ਜੋ ਅੰਬ ਇਸ ਰਾਈਪਨਿੰਗ ਚੈਂਬਰ ਵਿੱਚ ਪਕਾਉਂਦੇ ਹਾਂ ਉਹ ਇੱਕਦਮ ਵਧੀਆ ਕੁਆਲਿਟੀ ਦਾ ਨਿਕਲਦਾ ਹੈ। ਤਾਂ ਉਸ ਵਿੱਚ ਜੋ ਜ਼ਹਿਰ ਹੁੰਦਾ ਹੈ ਕਾਰਬਾਈਡ ਕਰਕੇ, ਉਹ ਨਹੀਂ ਹੁੰਦਾ। ਇਸ ਲਈ ਇਹ ਹਾਨੀਕਾਰਕ ਨਹੀਂ ਹੈ, ਪੂਰਾ ਸੁਰੱਖਿਅਤ ਹੈ। ਦੇਵੇਂਦਰ ਜੀ, ਇਹ ਦੱਸੋ ਕਿ ਤੁਹਾਡੇ ਮਨ ਵਿੱਚ ਇਹ ਵਿਚਾਰ ਕਿਵੇਂ ਆਇਆ ਕਿ ਤੁਸੀਂ ਇਹ ਫਲ ਪਕਾਉਣ ਦਾ ਪ੍ਰੋਜੈਕਟ ਸ਼ੁਰੂ ਕਰੋ?
ਸਰ ਇਹ ਜੋ ਪ੍ਰੋਬਲਮ ਆਈ ਸੀ ਕੋਵਿਡ ਦੀ, ਕੋਵਿਡ ਕਰਕੇ ਮੰਡੀਆਂ ਬੰਦ ਹੋ ਗਈਆਂ, ਤਾਂ ਹੁਣ ਕਰਦੇ ਕੀ? ਖੇਤੀਬਾੜੀ ਵਿਭਾਗ ਨੇ ਰਤਨਾਗਿਰੀ ਵਿੱਚ ਬਹੁਤ ਵਧੀਆ ਕੰਮ ਕੀਤਾ। ਉਹਨਾਂ ਨੇ ਕਿਸਾਨਾਂ ਦੇ ਫੋਨ ਨੰਬਰ ਵੰਡੇ ਹਾਊਸਿੰਗ ਸੁਸਾਇਟੀਆਂ ਵਿੱਚ। ਉਸ ਕਰਕੇ ਹਾਊਸਿੰਗ ਸੁਸਾਇਟੀਆਂ ਵੱਲੋਂ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਕਿ ਸਾਨੂੰ ਅੰਬ ਚਾਹੀਦੇ ਨੇ, ਪਰ ਉਹਨਾਂ ਨੂੰ ਪੱਕੇ ਹੋਏ ਅੰਬ ਹੀ ਚਾਹੀਦੇ ਸੀ। ਉਸ ਵੇਲੇ ਮੇਰੇ ਕੋਲ ਰਾਈਪਨਿੰਗ ਚੈਂਬਰ ਨਹੀਂ ਸੀ, ਤਾਂ ਮੈਂ ਦੂਸਰੀ ਜਗ੍ਹਾ ਜਾਂਦਾ ਸੀ ਪਕਾਉਣ ਲਈ, ਤਾਂ ਉਸ ਵਿੱਚ 10-15 ਦਿਨ ਲੱਗ ਜਾਂਦੇ ਸਨ, ਤਾਂ ਮੈਨੂੰ ਟਾਈਮ ਕੰਜ਼ਿਊਮਿੰਗ ਲੱਗ ਰਿਹਾ ਸੀ। ਤਾਂ ਸੋਚਿਆ ਚਲੋ ਆਪਣਾ ਰਾਈਪਨਿੰਗ ਚੈਂਬਰ ਹੋ ਸਕੇ, ਤਾਂ ਮੈਂ ਖੁਦ ਬੈਂਕ ਆਫ ਇੰਡੀਆ ਦੇ ਮੈਨੇਜਰ ਨੂੰ ਮਿਲਿਆ। ਤਾਂ ਉਹ ਬੋਲੇ ਕਿ ਐਗਰੀਕਲਚਰ ਇਨਫਰਾਸਟ੍ਰਕਚਰ ਕਰਕੇ ਇੱਕ ਸਕੀਮ ਹੈ ਜਿਸ ਵਿੱਚ ਤੁਸੀਂ ਇਹ ਪ੍ਰੋਜੈਕਟ ਕਰ ਸਕਦੇ ਹੋ। ਤਾਂ ਮੈਂ ਉਹ ਪ੍ਰੋਜੈਕਟ ਕਰ ਸਕਿਆ ਤੇ ਮੈਨੂੰ ਫਾਇਦਾ ਵੀ ਹੋ ਗਿਆ। ਅੱਛਾ, ਤੁਸੀਂ ਕਿੰਨਾ ਲੋਨ ਲਿਆ ਸੀ? ਲੋਨ ਲੈਣ ਵਿੱਚ ਕੋਈ ਦਿੱਕਤ ਤਾਂ ਨਹੀਂ ਆਈ? ਵਿੱਚ ਕੋਈ ਵਿਚੋਲਾ ਜਾਂ ਕੱਟ ਮਨੀ ਮਾਰ ਤਾਂ ਨਹੀਂ ਗਿਆ? ਨਹੀਂ, ਬਿਲਕੁਲ ਨਹੀਂ ਸਰ। 16 ਲੱਖ ਦਾ ਕੁੱਲ ਲੋਨ ਸੀ ਅਤੇ ਕੋਈ ਮੁਸ਼ਕਿਲ ਵੀ ਨਹੀਂ ਆਈ। ਜਿਵੇਂ ਕਿ ਮੈਂ ਬੈਂਕ ਗਿਆ ਤਾਂ ਬੈਂਕ ਨੇ ਬਹੁਤ ਚੰਗੀ ਤਰ੍ਹਾਂ ਸਹਿਯੋਗ ਕੀਤਾ। ਉਹਨਾਂ ਨੇ 2 ਹਫ਼ਤੇ ਵਿੱਚ ਹੀ ਮੇਰਾ ਲੋਨ ਸੈਂਕਸ਼ਨ ਕਰ ਦਿੱਤਾ ਤੇ ਪੋਰਟਲ 'ਤੇ ਵੀ ਉਹਨਾਂ ਨੇ ਭਰ ਦਿੱਤਾ। ਸਰ ਦੇਵੇਂਦਰ ਜੀ, ਤੁਸੀਂ ਇੰਜੀਨੀਅਰ ਹੋ ਕੇ ਖੇਤੀ ਵਿੱਚ ਵਾਪਸ ਆ ਗਏ ਤਾਂ ਮਾਤਾ ਜੀ ਪਿਤਾ ਜੀ ਨੂੰ ਥੋੜ੍ਹੀ ਨਾਰਾਜ਼ਗੀ ਤਾਂ ਹੋਈ ਹੋਵੇਗੀ ਸ਼ੁਰੂ ਵਿੱਚ? ਪਿਤਾ ਜੀ ਤਾਂ ਮੇਰੇ ਨਹੀਂ ਹਨ, ਪਰ ਮਾਤਾ ਜੀ ਮੈਨੂੰ ਪਹਿਲਾਂ ਤੋਂ ਹੀ ਕਹਿੰਦੇ ਸਨ ਖੇਤੀ ਕਰੋ, ਖੇਤੀ ਕਰੋ, ਅਤੇ ਉਹਨਾਂ ਦਾ ਖੁਦ ਦਾ ਪਿਛੋਕੜ ਵੀ ਖੇਤੀ ਦਾ ਹੀ ਹੈ। ਤਾਂ ਉਹਨਾਂ ਨੇ ਪਹਿਲਾਂ ਤੋਂ ਹੀ ਪ੍ਰਮੋਟ ਕੀਤਾ। ਪਹਿਲਾਂ ਮੈਨੂੰ ਹੀ ਸੀ ਇੰਜੀਨੀਅਰ ਕਰਨ ਦਾ, ਪਰ ਫਿਰ ਮੈਂ ਖੇਤੀ ਵਿੱਚ ਆ ਗਿਆ। ਤੁਸੀਂ ਆਪਣੇ ਮਾਤਾ ਜੀ ਦੀ ਇੱਛਾ ਪੂਰੀ ਕਰ ਦਿੱਤੀ। ਬਿਲਕੁਲ ਸਰ। ਦੇਵੇਂਦਰ ਜੀ ਦੇਖੋ, ਤੁਸੀਂ ਇੱਕ ਉਦਾਹਰਣ ਹੋ। ਜਦ ਇੱਕ ਕਿਸਾਨ ਖੁਦ ਹੀ ਉੱਦਮੀ ਬਣਦਾ ਹੈ ਅਤੇ ਜਦ ਪੜ੍ਹਿਆ ਲਿਖਿਆ ਨੌਜਵਾਨ ਖੇਤੀ ਵਿੱਚ ਆਉਂਦਾ ਹੈ ਤਾਂ ਕਿੰਨਾ ਵੱਡਾ ਬਦਲਾਅ ਆ ਸਕਦਾ ਹੈ। ਅੱਜ ਤੁਸੀਂ ਆਪਣੇ ਪ੍ਰੋਜੈਕਟ ਦੇ ਰਾਹੀਂ ਨਾ ਸਿਰਫ ਆਪਣੇ ਪਰਿਵਾਰ ਦਾ, ਸਗੋਂ ਆਪਣੇ ਸਾਥੀ ਕਿਸਾਨਾਂ ਦਾ ਵੀ ਇੱਕ ਤਰ੍ਹਾਂ ਨਾਲ ਭਲਾ ਵੀ ਕਰ ਰਹੇ ਹੋ ਅਤੇ ਉਹਨਾਂ ਦੇ ਅੰਦਰ ਕੁਝ ਕਰਨ ਦੀ ਭਾਵਨਾ ਵੀ ਜਗਾ ਰਹੇ ਹੋ। ਦੇਵੇਂਦਰ ਜੀ, ਤੁਸੀਂ ਦੱਸਿਆ ਕਿ ਤੁਹਾਨੂੰ ਲੋਨ ਕਿੰਨੀ ਆਸਾਨੀ ਨਾਲ ਮਿਲ ਗਿਆ। ਅੱਜ ਤੋਂ 6 ਸਾਲ ਪਹਿਲਾਂ ਤਾਂ ਗਰੀਬ ਕਿਸਾਨਾਂ ਨੂੰ ਲੋਨ ਮਿਲਣ ਵਿੱਚ ਕਿੰਨੀ ਦਿੱਕਤ ਆਉਂਦੀ ਸੀ, ਉਹ ਸਭ ਜਾਣਦੇ ਨੇ। ਸਾਡੀ ਕੋਸ਼ਿਸ਼ ਹੈ ਕਿ ਸਾਡੇ ਕਿਸਾਨਾਂ ਨੂੰ ਪੈਸਿਆਂ ਦੀ, ਸਰੋਤਾਂ ਦੀ ਕਿਸੇ ਤਰ੍ਹਾਂ ਦੀ ਕਮੀ ਨਾ ਹੋਵੇ। ਅਸੀਂ ਇਸੇ ਯਤਨ ਵਿੱਚ ਲੱਗੇ ਹੋਏ ਹਾਂ। ਚਲੋ ਦੇਵੇਂਦਰ ਜੀ, ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਅਤੇ ਤੁਹਾਡੇ ਮਾਤਾ ਜੀ ਨੂੰ ਵੀ ਪ੍ਰਣਾਮ, ਜਿਨ੍ਹਾਂ ਨੇ ਤੁਹਾਨੂੰ ਇਹ ਸੰਸਕਾਰ ਵੀ ਦਿੱਤੇ, ਸਿੱਖਿਆ ਵੀ ਦਿੱਤੀ ਅਤੇ ਤੁਹਾਨੂੰ ਖੇਤੀ ਦੇ ਕੰਮ ਵਿੱਚ ਫਿਰ ਤੋਂ ਲਗਾ ਦਿੱਤਾ। ਤੁਹਾਡੇ ਮਾਤਾ ਜੀ ਨੂੰ ਵੀ ਮੇਰਾ ਪ੍ਰਣਾਮ। ਸਰ ਜੀ, ਤੁਸੀਂ ਅੰਬ ਦੇ ਮੌਸਮ ਵਿੱਚ ਜ਼ਰੂਰ ਆਉਣਾ। ਦੇਖੋ, ਰਤਨਾਗਿਰੀ ਦਾ ਅੰਬ ਤਾਂ ਬਹੁਤ ਮਸ਼ਹੂਰ ਹੈ, ਪਰ ਇਸ ਵਾਰ ਤਾਂ ਤੁਸੀਂ ਲੋਕ ਹੜ੍ਹਾਂ ਕਰਕੇ ਵੀ ਬਹੁਤ ਪਰੇਸ਼ਾਨ ਹੋ। ਬਾਰਿਸ਼ ਨੇ ਵੀ ਤੁਹਾਨੂੰ ਕਾਫੀ ਪਰੇਸ਼ਾਨ ਕੀਤਾ, ਪਰ ਤੁਹਾਡੇ ਸੱਦੇ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਦੇਵੇਂਦਰ ਜੀ। ਹੁਣ ਮੈਂ ਉੱਤਰ ਪ੍ਰਦੇਸ਼ ਦੇ ਸ਼੍ਰੀ ਸ਼ਿਆਮਾਚਾਰਿਆ ਉਪਾਧਿਆਏ ਜੀ ਨੂੰ ਸੱਦਾ ਦੇਵਾਂਗਾ, ਜੋ ਇਸ ਯੋਜਨਾ ਦੇ ਲਾਭਪਾਤਰੀ ਹਨ। ਸ਼੍ਰੀ ਸ਼ਿਆਮਾ ਉਪਾਧਿਆਏ ਜੀ ਇੱਕ FPO ਦੇ ਸੰਚਾਲਕ ਹਨ ਅਤੇ ਉਸ ਦੇ ਨਿਰਦੇਸ਼ਕ ਵੀ ਨੇ। ਸ਼੍ਰੀ ਉਪਾਧਿਆਏ ਜੀ। ਸ਼ਿਆਮਾਚਾਰਿਆ ਜੀ ਨਮਸਤੇ। ਸ਼ਿਆਮਾਚਾਰਿਆ ਜੀ, ਦੱਸੋ ਕਿ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਅਤੇ ਤੁਸੀਂ ਕਿੰਨੇ ਰਕਬੇ ਵਿੱਚ ਵਾਹੀ ਕਰਦੇ ਹੋ? ਮੇਰਾ ਨਾਂ ਸ਼ਿਆਮਾਚਾਰਿਆ ਹੈ। ਮੈਂ ਮੈਡੀ ਐਰੋਮਾ ਐਗਰੋ ਕੰਪਨੀ ਦਾ ਗਠਨ ਕੀਤਾ 2018 'ਚ ਅਤੇ ਆਪਣੇ 517 ਮੈਂਬਰਾਂ ਵੱਲੋਂ ਅਸੀਂ ਦਵਾਈਆਂ ਅਤੇ ਸਗਲ ਫਸਲਾਂ ਦੀ ਖੇਤੀ ਕਰਵਾ ਰਹੇ ਹਾਂ। ਪਹਿਲਾਂ ਕੀ ਕਰਦੇ ਹੁੰਦੇ ਸੀ ਤੁਸੀਂ? ਪਹਿਲਾਂ ਸਰ ਮੈਂ ਬੋਟਨੀ 'ਚ ਗ੍ਰੈਜੂਏਸ਼ਨ ਕੀਤੀ ਅਤੇ ਫਿਰ B.Ed ਦੀ ਡਿਗਰੀ ਹਾਸਲ ਕੀਤੀ ਅਤੇ ਫਿਰ ਮੈਂ ਇੱਕ ਇੰਸ਼ੋਰੈਂਸ ਕੰਪਨੀ ਵਿੱਚ ਵੀ ਕੰਮ ਕੀਤਾ। ਮੇਰੇ ਪਿਤਾ ਵੀ ਇੱਕ ਕਿਸਾਨ ਸਨ, ਤਾਂ ਕਰਕੇ ਮੇਰਾ ਧਿਆਨ ਖੇਤੀ ਵੱਲ ਸੀ। ਕਿਉਂਕਿ ਮੈਂ ਬੋਟਨੀ ਦਾ ਵਿਦਿਆਰਥੀ ਸੀ, ਤਾਂ ਕਰਕੇ ਮੇਰਾ ਧਿਆਨ ਜੜੀ ਬੂਟੀਆਂ ਵੱਲ ਵੱਧ ਸੀ।
ਤੁਸੀਂ ਸਰਕਾਰ ਨੂੰ ਵੀ ਜਾਣਦੇ ਹੋ, ਵਿਸ਼ੇ ਦੇ ਵੀ ਮਾਹਰ ਹੋ ਤੇ ਪੂਰੀ ਤਰ੍ਹਾਂ ਆਪਣੀ ਜ਼ਿੰਦਗੀ ਇਸ 'ਚ ਲਗਾਈ ਹੈ, ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਰਕਾਰ ਦੀ ਇਸ ਯੋਜਨਾ ਦਾ ਲਾਹਾ ਲੈਣਾ ਚਾਹੀਦਾ ਹੈ। ਤੇ ਕਿਵੇਂ ਲਾਹਾ ਲੈਣਾ ਹੈ ਇਹ ਵੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ। ਜੀ ਸਰ, ਫਿਲਹਾਲ ਐਗਰੀਕਲਚਰ ਫੰਡ ਨਾਲ ਸਾਡੇ ਇਲਾਕੇ 'ਚ ਸ਼ਿਵਾਂਚਲ ਆਈਸ ਐਂਡ ਚਿਲਿੰਗ ਪਲਾਂਟ ਲੱਗਿਆ ਹੋਇਆ ਹੈ। ਤਾਂ ਅਸੀਂ ਇੱਥੇ ਆਪਣੀਆਂ ਫਸਲਾਂ, ਸਬਜ਼ੀਆਂ, ਫਲ ਆਦਿ ਰੱਖਦੇ ਹਾਂ। ਜਦੋਂ ਮੁੱਲ ਘੱਟ ਹੁੰਦਾ ਹੈ ਤੇ ਜਦੋਂ ਹੀ ਮੁੱਲ ਵੱਧਦਾ ਹੈ ਤਾਂ ਅਸੀਂ ਇੱਥੋਂ ਚੀਜ਼ਾਂ ਕੱਢ ਕੇ ਵੇਚ ਦਿੰਦੇ ਹਾਂ, ਜਿਸ ਨਾਲ ਕਿ ਸਾਡੇ ਮੈਂਬਰਾਂ ਨੂੰ ਫਾਇਦਾ ਮਿਲਦਾ ਹੈ ਤੇ ਇਸ ਦੀ ਕੁਆਲਿਟੀ ਵੀ ਬਣੀ ਰਹਿੰਦੀ ਹੈ। ਅੱਛਾ ਉਪਾਧਿਆਇ ਜੀ, ਇਹ ਦੱਸੋ ਕਿ ਪਹਿਲਾਂ ਜਦੋਂ ਤੁਸੀਂ ਇਕੱਲੇ ਬਾਜ਼ਾਰ 'ਚ ਫਸਲ ਵੇਚਦੇ ਸੀ ਤੇ ਹੁਣ ਜਦ FPO ਬਣਾ ਕੇ ਫਸਲ ਵੇਚਦੇ ਹੋ ਤਾਂ ਤੁਹਾਨੂੰ ਤਾਂ ਇਹ ਫ਼ਰਕ ਮਹਿਸੂਸ ਹੁੰਦਾ ਹੋਣਾ ਹੈ, ਪਰ ਬਾਕੀ ਕਿਸਾਨ ਜੋ ਤੁਹਾਡੇ ਨਾਲ ਜੁੜੇ ਹਨ ਉਹ ਕੀ ਫ਼ਰਕ ਮਹਿਸੂਸ ਕਰਦੇ ਹਨ? ਜੀ ਸਰ, ਸਾਡੇ ਸਾਰੇ ਮੈਂਬਰ, ਉਹਨਾਂ ਕੋਲ ਲਗਭਗ 280 ਏਕੜ ਜ਼ਮੀਨ ਹੈ। ਤਾਂ ਸਾਡਾ ਉਦੇਸ਼ ਇਹ ਹੈ ਕਿ ਸਾਡੇ ਮੈਂਬਰ ਕਿਸਾਨ ਉਹ ਰਵਾਇਤੀ ਫਸਲਾਂ ਦੇ ਨਾਲ ਨਾਲ ਨਵੀਆਂ ਫਸਲਾਂ ਕਰਨ, ਉਹਨਾਂ ਦੀ ਵੈਲਿਊ ਐਡੀਸ਼ਨ ਕਰਨ ਤੇ ਮਾਰਕੀਟ 'ਚ ਚੰਗਾ ਮੁੱਲ ਪ੍ਰਾਪਤ ਕਰਨ। ਤੇ ਇਨਕਮ ਚੰਗੀ ਹੁੰਦੀ ਹੈ। ਕਿੰਨਾ ਫਰਕ ਆਇਆ ਹੋਏਗਾ? ਪਹਿਲਾਂ ਜੇ 100 ਰੁਪਏ ਮਿਲਦੇ ਸੀ ਤਾਂ ਹੁਣ ਕਿੰਨੇ ਮਿਲਦੇ ਹੋਣਗੇ? ਪਹਿਲਾਂ ਮੰਨੋ ਅਗਰ 100 ਰੁਪਏ ਮਿਲਦੇ ਸੀ ਤਾਂ ਅੱਜ 100 ਦੇ ਬਦਲੇ ਕਿੰਨਾ ਮਿਲਦਾ ਹੋਵੇਗਾ? ਪਹਿਲਾਂ ਸਰ ਕਾਫੀ ਅੱਛਾ ਹੋ ਰਿਹਾ ਸਰ ਇਸ ਸਮੇਂ, ਕਿਉਂਕਿ ਇੱਕ ਤਾਂ ਐਗਰੀਕਲਚਰ ਇਨਫਰਾਸਟ੍ਰਕਚਰ ਨਾਲ ਇਹ ਆਈਸ ਐਂਡ ਚਿਲਿੰਗ ਪਲਾਂਟ ਬਣਿਆ, ਇਸ ਨਾਲ ਸਾਡੀ ਤਰੱਕੀ ਹੋਈ ਤੇ ਜਿਵੇਂ ਮੁੱਲ ਵੱਧਦਾ ਅਸੀਂ ਮਾਰਕੀਟ 'ਚ ਵੇਚ ਦਿੰਦੇ ਹਾਂ, ਇਸ ਨਾਲ ਸਾਨੂੰ ਕਾਫੀ ਫਾਇਦਾ ਹੋਇਆ। ਉਪਾਧਿਆਇ ਜੀ, ਜਿਵੇਂ ਕਿ ਤੁਹਾਡੇ ਖਿੱਤੇ 'ਚ ਜੋ ਆਈਸ ਐਂਡ ਚਿਲਿੰਗ ਪਲਾਂਟ ਹੈ ਉਸ ਦਾ ਹੋਰ ਲਾਹਾ ਤੁਸੀਂ ਕਿਵੇਂ ਲੈ ਸਕਦੇ ਹੋ? ਜੀ ਸਰ, ਇਸ ਨਾਲ ਇਹ ਹੈ ਕਿ ਜਦੋਂ ਸਾਡੀ ਫਸਲ ਪੈਦਾ ਹੁੰਦੀ ਹੈ ਤੇ ਜੇਕਰ ਉਸ ਵੇਲੇ ਫਸਲ ਦਾ ਮੁੱਲ ਘੱਟ ਹੈ ਤਾਂ ਅਸੀਂ ਇਸ ਯੋਜਨਾ ਦੇ ਤਹਿਤ ਆਪਣੀ ਫਸਲ ਇਸ ਪਲਾਂਟ ਵਿੱਚ ਰੱਖ ਦਿੰਦੇ ਹਾਂ ਤੇ ਜਿਵੇਂ ਮੁੱਲ ਵੱਧਦਾ ਹੈ ਫਸਲ ਵੇਚ ਦਿੰਦੇ ਹਾਂ ਤੇ ਲਾਭ ਪ੍ਰਾਪਤ ਕਰਦੇ ਹਾਂ। ਦੇਖੋ ਸ਼ਾਮਾ ਜੀ, ਤੁਸੀਂ ਖੁਦ ਹੀ ਦੱਸਿਆ ਕਿ ਤੁਸੀਂ ਇੱਕ FPO ਬਣਾ ਕੇ ਉਪਜ ਵੇਚਦੇ ਹੋ ਤਾਂ ਉਹਨਾਂ ਦੇ ਜੀਵਨ ਵਿੱਚ ਕਿੰਨਾ ਵੱਡਾ ਫਰਕ ਆਉਂਦਾ ਹੈ। ਇਸੇ ਤਰ੍ਹਾਂ ਜ਼ਿਲ੍ਹੇ 'ਚ ਇਹ ਆਈਸ ਐਂਡ ਚਿਲਿੰਗ ਪਲਾਂਟ ਬਣਨ ਨਾਲ ਕਿੰਨਾ ਬਦਲਾਅ ਆਇਆ ਹੈ। ਪਿਛਲੇ 6-7 ਸਾਲਾਂ 'ਚ ਸਾਡੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਈ ਅਜਿਹੇ ਹੀ ਈਕੋਸਿਸਟਮ ਬਣਾਉਣ ਦੇ ਯਤਨ ਕਰ ਰਹੀ ਹੈ। ਜਿਵੇਂ ਤੁਸੀਂ ਆਪ ਸਭ ਨੇ ਕਾਸ਼ਗੰਜ ਵਿੱਚ ਇਸ ਪਲਾਂਟ ਨੂੰ ਬਣਾਇਆ ਵੀ ਹੈ, ਇਸ ਦਾ ਉਪਯੋਗ ਵੀ ਕਰ ਰਹੇ ਹੋ। ਸਾਡੇ ਇਲਾਕੇ ਵਿੱਚ ਇਹ ਪਲਾਂਟ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਚਲੋ, ਮੇਰੀ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਸ਼ੁਭਕਾਮਨਾਵਾਂ ਨੇ ਅਤੇ ਆਪ ਸਭ ਕਿਸਾਨ ਅੱਗੇ ਵਧੋ, ਤਰੱਕੀ ਕਰੋ। ਧੰਨਵਾਦ। ਹੁਣ ਮੈਂ ਮਾਣਯੋਗ ਪ੍ਰਧਾਨ ਮੰਤਰੀ ਤੋਂ ਨੈਸ਼ਨਲ ਸੈਫਰਨ ਮਿਸ਼ਨ ਤਹਿਤ ਜੰਮੂ ਅਤੇ ਕਸ਼ਮੀਰ ਸਥਿਤ ਕੇਸਰ ਪਾਰਕ ਦੇ ਇੱਕ ਲਾਭਪਾਤਰੀ ਨਾਲ ਸਿੱਧਾ ਸੰਵਾਦ ਸਥਾਪਿਤ ਕਰਨ ਲਈ ਬੇਨਤੀ ਕਰਦੇ ਹਾਂ। ਮੈਂ ਜੰਮੂ ਕਸ਼ਮੀਰ ਦੇ ਸ਼੍ਰੀ ਅਬਦੁਲ ਮਜੀਦ ਬਾਨੀ ਨੂੰ ਬੁਲਾਵਾਂਗਾ ਜੋ ਸੈਫਰਨ ਪਾਰਕ ਯੋਜਨਾ ਦੇ ਲਾਭਪਾਤਰੀ ਨੇ। ਸ਼੍ਰੀ ਅਬਦੁਲ ਜੀ, ਨਮਸਕਾਰ ਜੀ। ਅਬਦੁਲ ਜੀ, ਦੱਸੋ ਤੁਹਾਡੀ ਖੇਤੀ ਦੇ ਵਿਸ਼ੇ 'ਚ। ਮੈਂ ਸਰ ਇੱਥੇ ਇੱਕ ਕੇਸਰ ਉਤਪਾਦਕ ਹਾਂ ਸਰ। ਪਿਛਲੇ 30 ਸਾਲਾਂ ਤੋਂ ਮੈਂ ਆਪ ਇਹੀ ਹੈ ਖੇਤੀ ਕਰ ਰਿਹਾ ਹਾਂ। ਇਹ ਕੇਸਰ ਦਾ ਉਤਪਾਦਨ ਪਿੱਛੇ ਚਲਿਆ ਗਿਆ ਸੀ, ਪਰ ਹੁਣ ਸਰਕਾਰ ਦੀ ਕੋਸ਼ਿਸ਼ਾਂ ਨਾਲ ਇਹ ਖੇਤੀ ਵੱਧ ਫੁੱਲ ਰਹੀ ਹੈ। ਇਸ ਸੈਫਰਨ ਮਿਸ਼ਨ ਨਾਲ 2 ਫਾਇਦੇ ਹੋਏ ਨੇ ਸਾਰੇ ਕਿਸਾਨਾਂ ਨੂੰ। ਇੱਕ ਤਾਂ ਨਵੀਂ ਤਕਨੋਲੋਜੀ ਤੇ ਦੂਜਾ
ਨਵੇਂ ਇੰਸਟਰੂਮੈਂਟ, ਨਵੇਂ ਸੰਦ, ਇਸ ਨਾਲ ਮੁਨਾਫਾ ਵਧਿਆ ਹੈ ਤੇ ਇਨਸੈਂਟਿਵ ਵੀ ਵਧਿਆ ਹੈ ਤੇ ਇਸ ਸੈਫਰਨ ਮਿਸ਼ਨ ਨਾਲ ਸਾਰੇ ਹੀ ਉਤਪਾਦਕਾਂ ਨੂੰ ਲਾਭ ਮਿਲਿਆ ਹੈ। ਅਬਦੁਲ ਜੀ, ਤੁਹਾਡੀ ਜ਼ਮੀਨ ਕਿੰਨੀ ਹੈ? ਹੈ ਸਰ, ਜ਼ਮੀਨ ਬਹੁਤ ਹੈ ਸਰ, 30-40 ਕਨਾਲਾਂ ਵਿੱਚ ਕੱਲਾ ਕੇਸਰ ਹੀ ਬੀਜਿਆ ਸੀ। ਅੱਛਾ, ਪਹਿਲਾਂ ਨਾਲੋਂ ਕਮਾਈ 'ਚ ਕੀ ਫਰਕ ਪਿਆ ਹੈ? ਪਹਿਲਾਂ ਸਰ ਕੁਝ ਨਹੀਂ ਸਰ, ਇੱਥੇ ਲੋਕਲ ਮਾਰਕੀਟ 'ਚ ਵਿਕਦਾ ਸੀ ਸਾਰਾ ਹੀ ਮਾਲ ਲਗਭਗ 1 ਲੱਖ ਰੁਪਏ ਵਿੱਚ, ਪਰ ਜਦੋਂ ਤੋਂ ਇਹ ਪਾਰਕ ਬਣਿਆ ਹੈ ਆਮਦਨ ਦੁੱਗਣੀ ਹੋ ਗਈ ਹੈ। ਲਗਭਗ 2,25,000 ਜਾਂ 30,000 ਰੁਪਏ ਮਿਲਦੇ ਨੇ ਹੁਣ ਫਸਲ ਦੇ। ਜੋ ਈ ਆਕਸ਼ਨ ਹੋਈ ਹੈ, ਜੋ ਬੋਲੀ ਲੱਗੀ ਹੈ, ਹੁਣ ਸੈਫਰਨ ਪਾਰਕ 'ਚ ਇਸ ਨਾਲ ਫਾਇਦਾ ਡਬਲ ਹੋ ਗਿਆ ਹੈ। ਇਹ ਤਾਂ ਸਰ ਤੁਹਾਡੀ ਬਦੌਲਤ ਸਾਡੀ ਆਮਦਨ 2021 'ਚ ਹੀ ਦੁੱਗਣੀ ਹੋ ਗਈ ਹੈ। ਅਸੀਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਦਿੰਦੇ ਹਾਂ। ਅੱਛਾ ਅਬਦੁਲ ਜੀ, ਤੁਹਾਨੂੰ ਕਿਸ ਯੋਜਨਾ ਦਾ ਵੱਧ ਲਾਭ ਮਿਲਿਆ ਤੇ ਤੁਹਾਡੇ ਜੀਵਨ 'ਚ ਕੀ ਬਦਲਾਅ ਆਇਆ? ਇੱਕ ਸੈਫਰਨ ਮਿਸ਼ਨ ਤਹਿਤ ਤੇ ਦੂਜਾ ਜੋ GI ਟੈਗ ਸਾਨੂੰ ਮਿਲਿਆ, ਇਸ ਨਾਲ ਕਸ਼ਮੀਰੀ ਕੇਸਰ ਨੂੰ ਇੱਕ ਪਛਾਣ ਮਿਲ ਗਈ। ਸਾਨੂੰ ਪਹਿਲਾਂ ਮਾਰਕੀਟ 'ਚ ਕੁਝ ਨਹੀਂ ਸੀ ਮਿਲਦਾ, ਪਰ ਸੈਫਰਨ ਪਾਰਕ ਨਾਲ ਸਾਨੂੰ ਮਾਰਕੀਟ 'ਚ ਦੁੱਗਣੀ ਕੀਮਤ ਮਿਲਣ ਲੱਗੀ ਹੈ। ਚਲੋ ਅਬਦੁਲ ਜੀ, ਤੁਸੀਂ ਦੱਸਿਆ ਕਿ ਤੁਹਾਨੂੰ ਬਹੁਤ ਫਾਇਦਾ ਹੋਇਆ। ਜੋ ਆਮਦਨ 2022 'ਚ ਦੁੱਗਣੀ ਹੋਣੀ ਸੀ ਉਹ 2021 'ਚ ਹੀ ਡਬਲ ਹੋ ਗਈ ਤੇ ਤੁਸੀਂ 1 ਹੈਕਟੇਅਰ 'ਚ ਜ਼ਿਆਦਾ ਗੁਣਵੱਤਾ ਵਾਲੀ ਫਸਲ ਬੀਜਣ ਲੱਗ ਪਏ ਹੋ। ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ, ਕੱਛ ਤੋਂ ਕਮਾਖਿਆ ਤੱਕ ਦੇਸ਼ ਦੇ ਕਿਸਾਨਾਂ ਦੀ ਆਮਦਨ ਵਧੇ। ਕਸ਼ਮੀਰੀ ਕੇਸਰ ਪਾਰਕ ਪਿੱਛੇ ਵੀ ਇਹੀ ਭਾਵਨਾ ਸੀ ਕਿ ਕਿਸਾਨਾਂ ਨੂੰ ਤਕਨੀਕ ਦਾ ਫਾਇਦਾ ਮਿਲੇ ਤੇ ਕਸ਼ਮੀਰੀ ਕੇਸਰ ਦੀ ਮਹਿਕ ਦੁਨੀਆ ਭਰ ਵਿੱਚ ਫੈਲੇ ਤੇ ਤੁਹਾਡੀ ਮਿਹਨਤ ਦਾ ਰੰਗ ਹੋਰ ਚੜ੍ਹੇ। ਸਰ, ਸਰਕਾਰੀ ਮਦਦ ਨਾਲ ਹੀ ਇਹ ਉਦਯੋਗ ਤੇ ਇਹ ਖੇਤੀ ਕਾਮਯਾਬ ਹੋ ਸਕੀ ਹੈ। ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਅਸੀਂ ਇਹ ਸਭ ਮਿਲ ਕੇ ਕਰਾਂਗੇ ਤੇ ਪੂਰੀ ਦੁਨੀਆ 'ਚ ਕੇਸਰ ਦਾ ਰੰਗ ਤੇ ਇਸ ਦੀ ਮਹਿਕ ਮਿਲ ਕੇ ਪਹੁੰਚਾਵਾਂਗੇ। ਬਹੁਤ ਬਹੁਤ ਧੰਨਵਾਦ। ਮੁਬਾਰਕ ਸਰ, ਮੁਬਾਰਕ। ਹੁਣ ਮਾਣਯੋਗ ਪ੍ਰਧਾਨ ਮੰਤਰੀ ਬਾਗਵਾਨੀ ਯੋਜਨਾ ਦੇ ਤਹਿਤ ਉੱਤਰਾਖੰਡ ਸਥਿਤ ਇੱਕ ਲਾਭਪਾਤਰੀ ਨਾਲ ਗੱਲਬਾਤ ਕਰਨਗੇ ਤੇ ਮੈਂ ਉੱਤਰਾਖੰਡ ਦੇ ਟੀਰੀ ਗੜਵਾਲ ਜ਼ਿਲ੍ਹੇ ਦੇ ਸ਼੍ਰੀ ਸੁਸ਼ਾਂਤ ਉਨਿਆਲ ਜੀ ਨੂੰ ਸੱਦਾ ਦੇਣਾ ਚਾਹਾਂਗਾ, ਜੋ ਢੀਂਗਰੀ ਖੁੰਬਾਂ ਪੈਦਾ ਕਰਦੇ ਹਨ। ਸ਼੍ਰੀ ਸੁਸ਼ਾਂਤ ਜੀ। ਸੁਸ਼ਾਂਤ ਜੀ ਨਮਸਤੇ। ਸਰ ਨਮਸਕਾਰ। ਸੁਸ਼ਾਂਤ ਜੀ, ਸਾਨੂੰ ਪਤਾ ਲੱਗਾ ਹੈ ਕਿ ਤੁਸੀਂ ਦਿੱਲੀ ਦੀ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਸੀ ਤੇ ਫਿਰ ਸਭ ਕੁਝ ਛੱਡ ਛਡਾ ਕੇ ਤੁਸੀਂ ਮੁੜ ਪਹਾੜਾਂ 'ਚ ਆ ਗਏ ਤੇ ਖੇਤੀ ਕਰਨ ਦਾ ਇਹ ਵਿਚਾਰ ਕਿਵੇਂ ਆਇਆ? ਸਰ, ਇਸ ਦਾ ਸਭ ਤੋਂ ਵੱਡਾ ਕਾਰਨ ਤਾਂ ਤੁਸੀਂ ਆਪ ਹੀ ਰਹੇ ਹੋ ਸਰ। ਤੁਸੀਂ ਜਦੋਂ ਪਿਛਲੇ ਗੇੜੇ ਉੱਤਰਾਖੰਡ ਆਏ ਸੀ ਤਾਂ ਤੁਸੀਂ ਕਿਹਾ ਸੀ ਕਿ ਉੱਤਰਾਖੰਡ ਦਾ ਪਾਣੀ ਤੇ ਉੱਤਰਾਖੰਡ ਦੀ ਜਵਾਨੀ ਖੁਦ ਉੱਤਰਾਖੰਡ ਦੇ ਕੰਮ ਨਹੀਂ ਆਉਂਦੀ। ਤਾਂ ਸਰ ਉਹ ਇੱਕ ਗੱਲ ਸਾਡੇ ਦਿਲ ਨੂੰ ਲੱਗ ਗਈ ਅਤੇ ਅਸੀਂ ਜਦੋਂ ਪੜ੍ਹ ਲਿਖ ਜਾਂਦੇ ਹਾਂ ਤਾਂ ਅਸੀਂ ਉੱਥੋਂ ਦੂਰ ਚਲੇ ਜਾਂਦੇ ਹਾਂ। ਪਹਾੜਾਂ ਦੀ ਜੋ ਸਭ ਤੋਂ ਵੱਡੀ ਸਮੱਸਿਆ ਹੈ ਉਹ ਹੈ ਆਪਣਾ ਸੂਬਾ ਛੱਡ ਕੇ ਜਾਣ ਦੀ। ਤੇ ਇਹੀ ਵੇਖ ਕੇ ਮੈਂ ਮੁੜ ਪਹਾੜਾਂ ਵੱਲ ਆਇਆ ਤੇ ਸੋਚਿਆ ਕਿ ਜੇਕਰ ਨੌਜਵਾਨ ਵਾਪਸ ਆਉਣਗੇ ਤਾਂ ਬਾਕੀ ਸਾਰੇ ਲੋਕ ਵੀ ਮੁੜ ਪਹਾੜੀ ਸੂਬਿਆਂ ਵੱਲ ਆਉਣਗੇ। ਤੇ ਮੈਂ ਇੱਥੇ ਸਰ ਲੋਕਾਂ ਵੱਲੋਂ ਛੱਡੇ ਤੇ ਖੰਡਰ ਹੋ ਗਏ ਮਕਾਨਾਂ 'ਚ ਪ੍ਰਯੋਗੀ ਤੌਰ 'ਤੇ ਖੁੰਬਾਂ ਦੀ ਕਾਸ਼ਤ ਸ਼ੁਰੂ ਕੀਤੀ ਤੇ ਪਹਿਲੇ ਸਾਲ ਹੀ 30-40 ਹਜ਼ਾਰ ਦੀ ਕਮਾਈ ਹੋਈ ਸਰ। ਤਾਂ ਸੋਚਿਆ ਕਿ ਵਪਾਰਕ ਪੱਧਰ 'ਤੇ ਇਸ ਦੀ ਖੇਤੀ ਸ਼ੁਰੂ ਕੀਤੀ ਜਾਵੇ। ਮੈਂ ਬਾਗਬਾਨੀ ਅਫਸਰ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਹਿਤ ਇੱਕ ਸਕੀਮ ਹੈ MIDH ਦੀ, ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਹਿਮਾਚਲ ਦੇ ਸੋਲਨ ਸਥਿਤ ਖੁੰਬ ਖੋਜ ਕੇਂਦਰ ਤੋਂ 10 ਦਿਨ ਦੀ ਟ੍ਰੇਨਿੰਗ ਲੈਣੀ ਪੈਣੀ ਹੈ ਤੇ ਉੱਥੋਂ ਟ੍ਰੇਨਿੰਗ ਲੈਣ ਤੋਂ ਬਾਅਦ ਲਗਭਗ 28.68 ਲੱਖ ਰੁਪਏ ਦੀ ਪ੍ਰੋਜੈਕਟ ਰਿਪੋਰਟ ਮੈਂ ਬਾਗਬਾਨੀ ਵਿਭਾਗ ਨੂੰ ਸੌਂਪੀ, ਜਿਸ 'ਚੋਂ ਮੈਨੂੰ MIDH ਸਕੀਮ ਤਹਿਤ 8 ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਗਈ ਤੇ 18.68 ਲੱਖ ਰੁਪਏ ਬੈਂਕ ਵੱਲੋਂ ਲੋਨ ਦਿੱਤਾ ਗਿਆ। ਅੱਛਾ ਸੁਸ਼ਾਂਤ ਜੀ, ਤੁਸੀਂ ਖੁੰਬਾਂ ਹੀ ਕਿਉਂ ਚਲਾਈਆਂ? ਸਰ, ਇੱਕ ਕਾਰਨ ਤਾਂ ਇਹ ਸੀ
ਕਿ ਇੱਥੇ ਬਾਂਦਰ ਤੇ ਜੰਗਲੀ ਸੂਰ ਫਸਲ ਬਰਬਾਦ ਕਰ ਦਿੰਦੇ ਨੇ, ਪਰ ਖੁੰਬਾਂ ਦੀ ਖੇਤੀ ਪੂਰੀ ਤਰ੍ਹਾਂ ਇਨਡੋਰ ਹੁੰਦੀ ਹੈ, ਮਤਲਬ ਕਿ ਚਾਰ ਦੀਵਾਰੀ ਦੇ ਵਿੱਚ। ਤੇ ਦੂਜਾ ਕਾਰਨ ਇਹ ਖੇਤੀ ਸੁਚੱਜੇ ਹਾਲਾਤਾਂ ਦੇ ਵਿੱਚ ਕੀਤੀ ਜਾਂਦੀ ਹੈ, ਏਸੀ ਵਗੈਰਾ ਲਗਾਉਣੇ ਪੈਂਦੇ ਨੇ। ਪਰ ਉੱਤਰਾਖੰਡ ਦੀ ਪੌਣ ਪਾਣੀ ਕੁਦਰਤੀ ਤੌਰ ਤੇ ਪੂਰੇ 9 ਮਹੀਨੇ ਖੁੰਬਾਂ ਲਈ ਢੁਕਵੀਂ ਰਹਿੰਦੀ ਹੈ, ਤਾਂ ਕਰਕੇ ਇਹ ਫੈਸਲਾ ਲਿਆ ਗਿਆ। ਵੇਖੋ, ਤੁਹਾਨੂੰ ਪਤਾ ਹੋਣਾ ਹੈ ਕਿ ਹਿਮਾਚਲ ਵਿੱਚ ਸੋਲਨ ਮਸ਼ਰੂਮ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਤੇ ਹੁਣ ਤੁਸੀਂ ਵੀ ਆਪਣੀ ਪਛਾਣ ਬਣਾ ਲਈ ਹੈ ਕਿ ਹੋਰ ਵੀ ਕਿਸਾਨ ਅੱਗੇ ਆਏ ਨੇ। ਸਰ, ਇਹੀ ਚੰਗੀ ਗੱਲ ਰਹੀ ਕਿ ਬਹੁਤ ਲੋਕ ਮਸ਼ਰੂਮ ਫਾਰਮ ਵੇਖਣ ਆਉਂਦੇ ਨੇ ਤੇ ਟਿਹਰੀ ਦੇ ਨੇੜੇ ਤੇੜੇ ਹੀ 3-4 ਯੂਨਿਟ ਬਣ ਗਈਆਂ ਹਨ। ਇਸ ਤੋਂ ਇਲਾਵਾ ਇਸ ਖਿੱਤੇ ਵਿੱਚ ਕਿਸਾਨ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ। ਅਸੀਂ ਉਹਨਾਂ ਨੂੰ ਇਹੀ ਯਕੀਨ ਦਿਵਾਉਂਦੇ ਹਾਂ ਕਿ ਤੁਸੀਂ ਬਸ ਖੇਤੀ ਕਰੋ ਤੇ ਮਾਰਕੀਟਿੰਗ ਜਾਂ ਮੰਡੀਕਰਨ ਸੰਬੰਧੀ ਦਿੱਕਤਾਂ ਦਾ ਹੱਲ ਅਸੀਂ ਮਿਲ ਕੇ ਆਪ ਕਰਾਂਗੇ। ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਮਸ਼ਰੂਮ ਉਗਾ ਕੇ ਸਾਨੂੰ ਦਿਓ, ਅਸੀਂ ਆਪ ਵੇਚ ਕੇ ਆਵਾਂਗੇ। ਸੁਸ਼ਾਂਤ ਜੀ, ਤੁਸੀਂ ਜੋ ਕੰਮ ਕਰ ਰਹੇ ਹੋ ਉਸ ਵਿੱਚ ਜਿਵੇਂ ਕਿ ਤੁਸੀਂ ਦੱਸਿਆ ਤੁਹਾਨੂੰ ਸਰਕਾਰ ਵੱਲੋਂ, ਬੈਂਕ ਵੱਲੋਂ ਤੁਹਾਨੂੰ ਮਦਦ ਮਿਲੀ, ਕਿ ਬਾਕੀ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਦੀ ਮਦਦ ਮਿਲ ਰਹੀ ਹੈ? ਜੀ ਸਰ, ਬਿਲਕੁਲ ਮਿਲ ਰਹੀ ਹੈ ਸਰ, ਕਿਉਂਕਿ ਬਾਗਬਾਨੀ ਅਧਿਕਾਰੀ MIDH ਦੀ ਇਹ ਸਕੀਮ ਕੱਲੇ ਕਿਸਾਨ ਤੱਕ ਪਹੁੰਚਾਉਂਦੇ ਨੇ। ਇਸ ਸਭ ਵਿੱਚ ਪੁਰਾਣੀ ਯੂਨਿਟ ਜੋ ਹਨ, ਜਿਵੇਂ ਕਿ ਮੇਰੀ ਯੂਨਿਟ ਹੈ, ਉਸ ਦਾ ਨੰਬਰ ਦੇ ਦਿੱਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ ਟ੍ਰੇਨਿੰਗ ਤੇ ਬਾਕੀ ਦੀ ਕਾਗਜ਼ੀ ਕਾਰਵਾਈ ਵੀ ਉਹਨਾਂ ਨੂੰ ਸਮਝਾ ਦਿੱਤੀ ਜਾਂਦੀ ਹੈ। ਇਹ ਤੁਹਾਡਾ ਯੂਨਿਟ ਹੈ ਕਿੱਥੇ? ਇਹ ਸਰ ਉੱਤਰਾਖੰਡ ਦੇ ਟੀਰੀ ਗੜਵਾਲ ਜ਼ਿਲ੍ਹੇ ਦੇ ਚੰਬਾ ਕੋਲ 7 ਕਿਲੋਮੀਟਰ ਅੱਗੇ ਉੱਤਰਕਾਸ਼ੀ ਰੋਡ ਤੇ ਹੈ। ਉਹੀ ਰੋਡ ਜੋ ਗੰਗੋਤਰੀ ਵੱਲ ਜਾਂਦੀ ਹੈ, ਉੱਥੋਂ 7 ਕਿਲੋਮੀਟਰ ਅੱਗੇ ਹੈ। ਸੁਸ਼ਾਂਤ ਜੀ, ਬਹੁਤ ਵਧੀਆ ਲੱਗਿਆ ਸੁਣ ਕੇ ਕਿ ਦਿੱਲੀ ਵਿੱਚ ਪੜ੍ਹਾਈ ਤੇ ਨੌਕਰੀ ਕਰਨ ਤੋਂ ਬਾਅਦ ਤੁਸੀਂ ਆਪਣੇ ਪਿੰਡ ਆਏ। ਤੇ ਤੁਸੀਂ ਸਹੀ ਕਿਹਾ, ਮੈਂ ਉੱਤਰਾਖੰਡ ਜਦੋਂ ਵੀ ਆਉਂਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਕਿ ਪਹਾੜਾਂ ਦਾ ਪਾਣੀ ਤੇ ਪਹਾੜਾਂ ਦੀ ਜਵਾਨੀ ਪਹਾੜਾਂ ਦੇ ਕੰਮ ਨਹੀਂ ਆਉਂਦੀ। ਇਹ ਉੱਥੋਂ ਦੀ ਸਮੱਸਿਆ ਹੈ। ਅਸੀਂ ਇਸ ਗੱਲ ਨੂੰ ਉਲਟਾ ਕੇ ਵਿਖਾਉਣਾ ਹੈ ਤੇ ਤੁਸੀਂ ਇਸ ਗੱਲ ਨੂੰ ਗਲਤ ਸਾਬਤ ਕਰ ਦਿੱਤਾ ਹੈ ਤੇ ਪਹਾੜ ਦੀ ਜਵਾਨੀ ਪਹਾੜ ਦੇ ਕੰਮ ਆਉਣ ਲਾ ਦਿੱਤੀ ਹੈ, ਜੋ ਕਿ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਉੱਥੋਂ ਦੇ ਲੋਕਾਂ ਨੂੰ ਆਪਣਾ ਸੂਬਾ ਛੱਡ ਕੇ ਨਾ ਜਾਣ ਲਈ ਪ੍ਰੇਰਿਤ ਕੀਤਾ ਹੈ ਤੇ ਦਿਖਾਇਆ ਹੈ ਕਿ ਜਦੋਂ ਪੜ੍ਹਿਆ ਲਿਖਿਆ ਨੌਜਵਾਨ ਖੇਤੀ ਕਰਦਾ ਹੈ ਤਾਂ ਕਿੰਨਾ ਬਦਲਾਅ ਆਉਂਦਾ ਹੈ। ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸੀਂ ਪਿੰਡਾਂ ਤੇ ਸ਼ਹਿਰਾਂ 'ਚ ਸੁਵਿਧਾਵਾਂ ਦੇ ਪਾੜੇ ਨੂੰ ਵੱਧ ਤੋਂ ਵੱਧ ਘਟਾਈਏ, ਤਾਂ ਕਿ ਜਿਹੜੇ ਨੌਜਵਾਨ ਆਪਣੇ ਤੇ ਆਪਣੇ ਪਿੰਡ ਲਈ ਜੋ ਕੁਝ ਵੀ ਕਰਨਾ ਚਾਹੁੰਦੇ ਹਨ ਉਹਨਾਂ ਦੀ ਹਰ ਸੰਭਵ ਮਦਦ ਕਰ ਸਕੀਏ। ਮੁਲਕ ਭਰ ਦੇ ਨੌਜਵਾਨਾਂ ਲਈ ਤੁਸੀਂ ਇੱਕ ਪ੍ਰੇਰਣਾ ਹੋ। ਤੁਹਾਨੂੰ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਸ਼ੁਭਕਾਮਨਾਵਾਂ। ਸਰ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਹੁਣ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਪੂਰਬੋਤਰ ਸੂਬਿਆਂ ਲਈ ਸਥਾਪਿਤ ਪ੍ਰੋਡਕਸ਼ਨ ਚੇਨ ਡਿਵੈਲਪਮੈਂਟ ਯੋਜਨਾ ਦੇ ਇੱਕ ਲਾਭਪਾਤਰੀ ਨਾਲ ਗੱਲਬਾਤ ਕਰਨ ਲਈ ਮੈਂ ਸੱਦਾ ਦੇਵਾਂਗਾ। ਮੈਂ ਮਣੀਪੁਰ ਦੀ ਸ਼੍ਰੀਮਤੀ ਥਿੰਚਾ ਗੰਗੋਟ ਨੂੰ ਸੱਦਾ ਦੇਵਾਂਗਾ ਕਿ ਉਹ ਭਾਰਤ ਸਰਕਾਰ ਵੱਲੋਂ ਚਲਾਏ ਜਾਂਦੇ ਪ੍ਰੋਡਕਸ਼ਨ ਚੇਨ ਡਿਵੈਲਪਮੈਂਟ ਪ੍ਰੋਗਰਾਮ ਬਾਰੇ ਗੱਲ ਕਰਨ। ਸ਼੍ਰੀਮਤੀ ਥਿੰਚਾ ਗੰਗੋਟ, ਨਮਸਤੇ ਜੀ। ਨਮਸਤੇ ਆਨਰੇਬਲ ਪ੍ਰਾਈਮ ਮਿਨਿਸਟਰ ਸਰ। ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿੰਨਾ ਪੜ੍ਹੇ ਹੋ, ਪਰਿਵਾਰ 'ਚ ਕੌਣ-ਕੌਣ ਹੈ ਤੇ ਤੁਸੀਂ ਕਿਸ ਤਰ੍ਹਾਂ ਦੀ ਖੇਤੀ ਕਰਦੇ ਹੋ? Yes sir, I'm a pineapple farmer from Bonglon village, Churchanpur district, Manipur, and I'm a mother of 2 children. I cultivate Q pineapple in 6 acres of my own land. The pineapple grown here in Manipur is very sweet and it is famous for its excellent taste and its quality, sir. ਤੁਸੀਂ ਆਪਣੀ ਅਨਾਨਾਸ ਦੀ ਫਸਲ ਕਿਵੇਂ ਵੇਚਦੇ ਹੋ? Sir, actually RFPC Lomi Farmer Producer Company has signed an agreement with Meira Foods. Meira Foods proprietor who is sitting just next to me, Madam Supra, is the proprietor, and she is also an entrepreneur, women entrepreneur, and she is also working for the welfare of women and also for
working on processing of organic pineapples. Those pineapples that we supply to her are processed into slice, cubes in cans, and pineapple jams, pineapple candy, pineapple squash extra for exports. This increases the demand of our pineapple resulting in better prices, sir. And not only that, we also, our FPC is also tied up with many other marketing agencies. They send our pineapple to other states, to many major cities of the country, and even to Europe, sir. ਕੀ ਤੁਹਾਨੂੰ ਸਰਕਾਰ ਵੱਲੋਂ ਵੀ ਕੋਈ ਮਾਲੀ ਮਦਦ ਮਿਲੀ ਹੈ? Sir, the assistance that we get from the government, sir, like MOVCD NER scheme. Under that MOVCD NER scheme, we get free planting materials and DBT, direct bank transfer of rupees 7,500 for 2 years to buy organic inputs. And organic certifications were also issued to the farmers and also from farmer producer company. And before that, in the year 2014-15, my farm income was only rupees 50,000 with productivity of 12 metric ton per hectare. And after joining this MOVCD scheme and with the introduction of this organic farming, our farming condition is getting much better than before. So now I can earn my farm income rises to 4 lakhs with productivity of 25 metric ton per hectare, sir. And besides this, sir, I myself is also one of the PM Kisan beneficiary. I received 2,000 each in every installment, sir. All this assistance helped my agriculture more productive and profitable, sir. ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ। ਇਸ ਵੇਲੇ ਤਾਂ ਪੂਰਾ ਦੇਸ਼ ਮਣੀਪੁਰ ਦਾ ਫੈਨ ਹੋ ਗਿਆ ਹੈ। ਇੰਜ ਲੱਗ ਰਿਹਾ ਹੈ ਜਿਵੇਂ ਲੋਕ ਮਣੀਪੁਰ ਨੂੰ ਮੇਰਾਪੁਰ ਆਖਣ ਲੱਗੇ ਹੋਣ। ਪਹਿਲਾਂ ਓਲੰਪਿਕ ਪ੍ਰਦਰਸ਼ਨ 'ਚ ਮੀਰਾ ਬਾਈ ਚਾਨੂ ਤੇ ਹੁਣ ਤੁਸੀਂ ਤੇ ਤੁਹਾਡਾ FPO ਪੂਰੇ ਭਾਰਤ ਲਈ ਪ੍ਰੇਰਣਾ ਹੋ। ਤੁਸੀਂ ਦੱਸਿਆ ਕਿ ਤੁਹਾਡੀ ਆਮਦਨ ਵੱਧ ਗਈ ਏ। ਮੇਰਾ ਇਹੀ ਮੰਨਣਾ ਹੈ ਕਿ ਜੇਕਰ ਕਿਸਾਨ ਉਪਜ ਵਿੱਚ ਵੈਲਿਊ ਐਡੀਸ਼ਨ ਕਰਦਾ ਹੈ, ਸਪਲਾਈ ਚੇਨ ਦਾ ਹਿੱਸਾ ਬਣਦਾ ਹੈ, ਤਾਂ ਉਸ ਦੀ ਆਮਦਨ ਬਹੁਤ ਵੱਧ ਜਾਂਦੀ ਹੈ। ਤੁਸੀਂ ਇਸ ਦੀ ਇੱਕ ਬਹੁਤ ਵੱਡੀ ਉਦਾਹਰਣ ਹੋ। ਤੁਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੋ। ਸਰਕਾਰ ਵੱਲੋਂ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ। ਮਣੀਪੁਰ ਸਰਕਾਰ ਵੀ ਕਾਫੀ ਕਰ ਰਹੀ ਹੈ, ਭਾਰਤ ਸਰਕਾਰ ਵੀ ਚੰਗਾ ਕਰ ਰਹੀ ਹੈ ਅਤੇ ਇਹ ਡਬਲ ਇੰਜਨ ਦੀ ਸਰਕਾਰ ਤੁਹਾਡੇ ਭਲੇ ਲਈ ਹੈ ਅਤੇ ਵਿਕਾਸ ਲਈ ਕੰਮ ਕਰ ਰਹੀ ਹੈ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਭਕਾਮਨਾਵਾਂ। ਥੈਂਕ ਯੂ। ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਕਿਸਾਨਾਂ ਨਾਲ ਗੱਲਬਾਤ ਲਈ ਧੰਨਵਾਦ। ਹੁਣ ਅਸੀਂ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨ ਦੀ ਗੁਜ਼ਾਰਿਸ਼ ਕਰਦੇ ਹਾਂ। ਮਾਣਯੋਗ ਪ੍ਰਧਾਨ ਮੰਤਰੀ ਜੀ। ਨਮਸਕਾਰ ਜੀ। ਪਿਛਲੇ ਕਈ ਦਿਨਾਂ ਤੋਂ ਮੈਂ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਨਾਲ ਗੱਲ ਕਰ ਰਿਹਾ ਹਾਂ। ਸਰਕਾਰ ਨੇ ਜੋ ਯੋਜਨਾਵਾਂ ਬਣਾਈਆਂ ਹਨ, ਉਹਨਾਂ ਦਾ ਫਾਇਦਾ ਲੋਕਾਂ ਤੱਕ ਕਿਵੇਂ ਪੁੱਜ ਰਿਹਾ ਹੈ, ਇਹ ਹੋਰ ਬਿਹਤਰ ਤਰੀਕੇ ਨਾਲ ਪਤਾ ਲੱਗਦਾ ਹੈ। ਜਨਤਾ ਜਨਾਰਦਨ ਨਾਲ ਸਿੱਧੇ ਸੰਪਰਕ ਦਾ ਇਹੀ ਫਾਇਦਾ ਹੁੰਦਾ ਹੈ। ਇਸ ਪ੍ਰੋਗਰਾਮ 'ਚ ਮੌਜੂਦ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਰੇ ਸਹਿਯੋਗੀ, ਮੁਲਕ ਭਰ ਦੇ ਵੱਖ-ਵੱਖ ਰਾਜਾਂ ਤੋਂ
मौजूद मुख मंत्री जी, ਲੈਫਟੀਨੈਂਟ ਗਵਰਨਰ, ਰਾਜਾਂ ਦੇ ਮੰਤਰੀ, ਬਾਕੀ ਪਤਵੰਤਿਆਂ, ਦੇਸ਼ ਦੇ ਕਿਸਾਨ ਭਰਾਵਾਂ ਤੇ ਭੈਣੋਂ, ਅੱਜ ਦੇਸ਼ ਦੇ ਲਗਭਗ 10 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 19,500 ਕਰੋੜ ਤੋਂ ਵੀ ਵੱਧ ਇਹ ਰਕਮ ਸਿੱਧੀ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਹੋ ਗਈ ਹੈ। ਅਤੇ ਮੈਂ ਇਹ ਵੇਖ ਰਿਹਾ ਹਾਂ ਕਿ ਕਈ ਆਪਣੇ ਮੋਬਾਈਲ ਵਿੱਚ ਚੈੱਕ ਕਰ ਰਹੇ ਹਨ ਆਇਆ ਕਿਆ, ਤੇ ਇੱਕ ਦੂਜੇ ਨਾਲ ਤਾੜੀ ਮਾਰ ਰਹੇ ਹਨ। ਅੱਜ ਜਦੋਂ ਮੀਂਹ ਦਾ ਮੌਸਮ ਹੈ ਤੇ ਬਿਜਾਈ ਵੀ ਜ਼ੋਰਾਂ ਤੇ ਹੈ, ਤਾਂ ਇਹ ਰਕਮ ਛੋਟੇ ਕਿਸਾਨਾਂ ਦੇ ਬੜੇ ਕੰਮ ਆਏਗੀ। ਅੱਜ 1 ਲੱਖ ਕਰੋੜ ਰੁਪਏ ਦੇ ਖੇਤੀ ਇਨਫਰਾਸਟ੍ਰਕਚਰ ਫੰਡ ਨੂੰ ਵੀ 1 ਸਾਲ ਪੂਰਾ ਹੋ ਗਿਆ ਹੈ। ਇਸ ਦੇ ਰਾਹੀਂ ਹਜ਼ਾਰਾਂ ਕਿਸਾਨ ਜਥੇਬੰਦੀਆਂ ਨੂੰ ਮਦਦ ਮਿਲ ਰਹੀ ਹੈ। ਭਰਾਵੋ ਤੇ ਭੈਣੋ, ਸਰਕਾਰ ਕਿਸਾਨਾਂ ਨੂੰ ਵਾਧੂ ਆਮਦਨ ਦੇ ਸਾਧਨ ਮੁਹੱਈਆ ਕਰਾਉਣ ਤੇ ਨਵੀਆਂ ਫਸਲਾਂ ਨੂੰ ਹੁਲਾਰਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮਿਸ਼ਨ ਹਨੀ ਬੀ ਅਜਿਹਾ ਹੀ ਇੱਕ ਅਭਿਆਨ ਹੈ। ਮਿਸ਼ਨ ਹਨੀ ਬੀ ਦੇ ਚੱਲਦਿਆਂ ਅਸੀਂ ਲਗਭਗ 700 ਕਰੋੜ ਰੁਪਏ ਦੇ ਸ਼ਹਿਦ ਦਾ ਨਿਰਯਾਤ ਕੀਤਾ ਹੈ, ਜਿਸ ਨਾਲ ਕਿਸਾਨਾਂ ਨੂੰ ਵਾਧੂ ਆਮਦਨ ਹੋਈ ਹੈ। ਜੰਮੂ ਕਸ਼ਮੀਰ ਦਾ ਕੇਸਰ ਤਾਂ ਵੈਸੇ ਵੀ ਸੰਸਾਰ ਭਰ 'ਚ ਪ੍ਰਸਿੱਧ ਹੈ। ਹੁਣ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਜੰਮੂ ਕਸ਼ਮੀਰ ਦਾ ਕੇਸਰ ਦੇਸ਼ ਭਰ ਵਿੱਚ ਨਾਬਾਰਡ ਦੀਆਂ ਦੁਕਾਨਾਂ 'ਤੇ ਉਪਲਬਧ ਹੋਏਗਾ। ਇਸ ਨਾਲ ਜੰਮੂ ਕਸ਼ਮੀਰ ਵਿੱਚ ਕੇਸਰ ਦੀ ਖੇਤੀ ਨੂੰ ਬਲ ਮਿਲੇਗਾ। ਭੈਣੋ ਤੇ ਭਰਾਵੋ, ਤੁਹਾਡੇ ਨਾਲ ਇਹ ਸੰਵਾਦ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਕਿ ਅਸੀਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਹੁਣ ਤੋਂ ਕੁਝ ਦਿਨ ਬਾਅਦ ਹੀ 15 ਅਗਸਤ ਆਉਣ ਵਾਲਾ ਹੈ। ਇਸ ਵਾਰ ਦੇਸ਼ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਹੈ। ਇਹ ਮਹੱਤਵਪੂਰਨ ਪੜਾਅ ਸਾਡੇ ਲਈ ਗੌਰਵਮਈ ਤਾਂ ਹੈ ਹੀ, ਇਹ ਨਵੇਂ ਇਰਾਦਿਆਂ ਤੇ ਨਵੇਂ ਟੀਚਿਆਂ ਦਾ ਵੀ ਬਹੁਤ ਵੱਡਾ ਮੌਕਾ ਹੈ। ਇਸ ਮੌਕੇ ਅਸੀਂ ਇਹ ਤੈਅ ਕਰਨਾ ਹੈ ਕਿ ਆਉਣ ਵਾਲੇ 25 ਵਰ੍ਹਿਆਂ 'ਚ ਅਸੀਂ ਭਾਰਤ ਨੂੰ ਕਿੱਥੇ ਵੇਖਣਾ ਚਾਹੁੰਦੇ ਹਾਂ। ਦੇਸ਼ ਜਦੋਂ ਆਜ਼ਾਦੀ ਦੇ 100 ਸਾਲ ਮੁਕੰਮਲ ਕਰੇਗਾ 2047 ਵਿੱਚ, ਉਦੋਂ ਭਾਰਤ ਦੀ ਸਥਿਤੀ ਕੀ ਹੋਏਗੀ, ਇਹ ਤੈਅ ਕਰਨ ਵਿੱਚ ਸਾਡੀ ਖੇਤੀ, ਸਾਡੇ ਪਿੰਡ ਅਤੇ ਸਾਡੇ ਕਿਸਾਨਾਂ ਦਾ ਅਹਿਮ ਯੋਗਦਾਨ ਰਹੇਗਾ। ਇਹ ਸਮਾਂ ਭਾਰਤ ਦੀ ਖੇਤੀ ਨੂੰ ਇੱਕ ਅਜਿਹੀ ਦਿਸ਼ਾ ਦੇਣ ਦਾ ਹੈ ਜੋ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕੇ ਅਤੇ ਨਵੇਂ ਮੌਕਿਆਂ ਦਾ ਪੂਰਾ ਫਾਇਦਾ ਚੁੱਕ ਸਕੇ। ਭੈਣੋ ਤੇ ਭਰਾਵੋ, ਇਸ ਦੌਰ ਵਿੱਚ ਬਹੁਤ ਤੇਜ਼ੀ ਨਾਲ ਹੋ ਰਹੇ ਬਦਲਾਅ ਦੀ ਅਸੀਂ ਗਵਾਹੀ ਭਰਦੇ ਹਾਂ। ਭਾਵੇਂ ਮੌਸਮ ਸੰਬੰਧੀ ਬਦਲਾਅ ਹੋਵੇ, ਖਾਣ ਪੀਣ ਨਾਲ ਜੁੜੇ ਬਦਲਾਅ ਹੋਣ, ਜਾਂ ਫਿਰ ਮਹਾਮਾਰੀ ਕਾਰਨ ਪੂਰੇ ਸੰਸਾਰ 'ਚ ਹੋ ਰਹੇ ਬਦਲਾਅ ਹੋਣ, ਅਸੀਂ ਬੀਤੇ 1.5 ਵਰ੍ਹੇ ਵਿੱਚ ਕੋਰੋਨਾ ਮਹਾਮਾਰੀ ਦੌਰਾਨ ਇਸ ਨੂੰ ਮਹਿਸੂਸ ਵੀ ਕੀਤਾ ਹੈ। ਇਸ ਸਮੇਂ ਦੌਰਾਨ ਦੇਸ਼ ਵਿੱਚ ਹੀ ਖਾਣ ਪੀਣ ਸੰਬੰਧੀ ਆਦਤਾਂ ਨੂੰ ਲੈ ਕੇ ਬੜੀ ਜਾਗਰੂਕਤਾ ਆਈ ਹੈ। ਮੋਟੇ ਅਨਾਜ ਦੀ, ਸਬਜ਼ੀਆਂ ਤੇ ਫਲਾਂ ਦੀ, ਮਸਾਲਿਆਂ ਦੀ ਤੇ ਆਰਗੈਨਿਕ ਉਤਪਾਦਾਂ ਦੀ ਮੰਗ
ਹੁਣ ਤੇਜ਼ੀ ਨਾਲ ਵਧ ਰਹੀ ਹੈ। ਇਸ ਲਈ ਭਾਰਤੀ ਖੇਤੀ ਉਸ ਨੂੰ ਵੀ ਬਦਲਦੀਆਂ ਲੋੜਾਂ ਤੇ ਬਦਲਦੀ ਮੰਗ ਮੁਤਾਬਕ ਬਦਲਣਾ ਪੈਣਾ ਹੀ ਹੈ। ਤੇ ਮੈਨੂੰ ਹਮੇਸ਼ਾ ਤੋਂ ਯਕੀਨ ਹੈ ਕਿ ਸਾਡੇ ਦੇਸ਼ ਦੇ ਕਿਸਾਨ ਇਹਨਾਂ ਬਦਲਾਵਾਂ ਨੂੰ ਜ਼ਰੂਰ ਅਪਣਾਉਣਗੇ। ਦੋਸਤੋ, ਇਸ ਮਹਾਮਾਰੀ ਦੌਰਾਨ ਵੀ ਅਸੀਂ ਭਾਰਤ ਦੇ ਕਿਸਾਨਾਂ ਦੀ ਸਮਰੱਥਾ ਵੇਖੀ ਹੈ। ਰਿਕਾਰਡ ਉਤਪਾਦਨ ਦੌਰਾਨ ਸਰਕਾਰ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ। ਸਰਕਾਰ ਨੇ ਖੇਤੀ ਅਤੇ ਇਸ ਨਾਲ ਜੁੜੇ ਹਰ ਖਿੱਤੇ ਨੂੰ ਬੀਜ, ਖਾਦ ਤੋਂ ਲੈ ਕੇ ਆਪਣੀ ਉਪਜ ਨੂੰ ਬਾਜ਼ਾਰ ਵਿੱਚ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਯੂਰੀਆ ਦੀ ਸਪਲਾਈ ਬੇਰੋਕ ਰੱਖੀ। DAP ਜਿਸ ਦਾ ਭਾਅ ਕੌਮਾਂਤਰੀ ਬਾਜ਼ਾਰ ਵਿੱਚ ਕੋਰੋਨਾ ਦੇ ਚਲਦਿਆਂ ਕਈ ਗੁਣਾ ਵੱਧ ਗਏ, ਉਸ ਦਾ ਬੋਝ ਵੀ ਸਾਡੀ ਸਰਕਾਰ ਨੇ ਕਿਸਾਨਾਂ ਤੇ ਨਹੀਂ ਪੈਣ ਦਿੱਤਾ। ਸਰਕਾਰ ਨੇ ਤੁਰੰਤ ਇਸ ਲਈ 12,000 ਕਰੋੜ ਰੁਪਏ ਦਾ ਪ੍ਰਬੰਧ ਕੀਤਾ। ਸਾਥੀਓ, ਸਰਕਾਰ ਨੇ ਖਰੀਫ ਹੋਵੇ ਜਾਂ ਰਵੀ ਸੀਜ਼ਨ, ਕਿਸਾਨਾਂ ਤੋਂ ਹੁਣ ਦੀ ਸਭ ਤੋਂ ਵੱਧ ਖਰੀਦ ਕੀਤੀ ਹੈ। ਇਸ ਨਾਲ ਝੋਨੇ ਦੇ ਖੇਤਾਂ ਵਾਲੇ ਕਿਸਾਨਾਂ ਦੇ ਖਾਤੇ 'ਚ ਲਗਭਗ 1,70,000 ਕਰੋੜ ਰੁਪਏ ਤੇ ਕਣਕ ਦੇ ਖੇਤਾਂ ਵਾਲੇ ਕਿਸਾਨਾਂ ਦੇ ਖਾਤੇ 'ਚ ਲਗਭਗ 85,000 ਕਰੋੜ ਰੁਪਏ ਸਿੱਧੇ ਟ੍ਰਾਂਸਫਰ ਕੀਤੇ। ਸਰਕਾਰ ਤੇ ਕਿਸਾਨ ਦੀ ਇਸੇ ਸਾਂਝੇਦਾਰੀ ਕਾਰਨ ਅੱਜ ਭਾਰਤ ਦੇ ਅਨਾਜ ਭੰਡਾਰ ਭਰੇ ਪਏ ਹਨ। ਪਰ ਸਾਥੀਓ, ਅਸੀਂ ਵੇਖਿਆ ਹੈ ਕਿ ਸਿਰਫ ਕਣਕ, ਚੌਲ ਅਤੇ ਖੰਡ ਵਿੱਚ ਹੀ ਆਤਮ ਨਿਰਭਰਤਾ ਕਾਫੀ ਨਹੀਂ ਹੈ, ਬਲਕਿ ਦਾਲ ਅਤੇ ਤੇਲ ਵਿੱਚ ਵੀ ਆਤਮ ਨਿਰਭਰਤਾ ਬਹੁਤ ਜ਼ਰੂਰੀ ਹੈ। ਭਾਰਤ ਦੇ ਕਿਸਾਨ ਇਹ ਕਰਕੇ ਵਿਖਾ ਸਕਦੇ ਹਨ। ਮੈਨੂੰ ਯਾਦ ਹੈ ਕਿ ਕੁਝ ਸਾਲ ਪਹਿਲਾਂ ਜਦੋਂ ਦੇਸ਼ ਵਿੱਚ ਦਾਲਾਂ ਦੀ ਕਮੀ ਹੋ ਗਈ ਸੀ ਤਾਂ ਮੈਂ ਦੇਸ਼ ਦੇ ਕਿਸਾਨਾਂ ਨੂੰ ਦਾਲਾਂ ਦਾ ਉਤਪਾਦਨ ਵਧਾਉਣ ਦੀ ਬੇਨਤੀ ਕੀਤੀ ਸੀ। ਮੇਰੀ ਉਸ ਬੇਨਤੀ ਨੂੰ ਦੇਸ਼ ਦੇ ਕਿਸਾਨਾਂ ਨੇ ਮਨਜ਼ੂਰ ਕੀਤਾ। ਸਿੱਟਾ ਇਹ ਨਿਕਲਿਆ ਕਿ ਬੀਤੇ 6 ਸਾਲਾਂ ਵਿੱਚ ਦੇਸ਼ ਵਿੱਚ ਦਾਲਾਂ ਦੇ ਉਤਪਾਦਨ ਵਿੱਚ ਲਗਭਗ 50% ਵਾਧਾ ਹੋਇਆ ਹੈ। ਜੋ ਕੰਮ ਅਸੀਂ ਦਾਲਾਂ 'ਚ ਕੀਤਾ, ਬੀਤੇ ਸਮੇਂ 'ਚ ਕਣਕ, ਝੋਨੇ ਨੂੰ ਲੈ ਕੇ ਕੀਤਾ, ਹੁਣ ਅਸੀਂ ਉਹੀ ਸੰਕਲਪ ਖਾਣ ਵਾਲੇ ਤੇਲ ਦੇ ਸੰਦਰਭ ਵਿੱਚ ਵੀ ਲੈਣਾ ਹੈ। ਇਹ ਖਾਣ ਵਾਲੇ ਤੇਲਾਂ 'ਚ ਸਾਡਾ ਦੇਸ਼ ਆਤਮ ਨਿਰਭਰ ਹੋਵੇ, ਇਸ ਲਈ ਅਸੀਂ ਤੇਜ਼ੀ ਨਾਲ ਕੰਮ ਕਰਨਾ ਹੈ। ਭਰਾਵੋ ਤੇ ਭੈਣੋ, ਖਾਣ ਵਾਲੇ ਤੇਲ 'ਚ ਆਤਮ ਨਿਰਭਰਤਾ ਲਈ ਹੁਣ ਰਾਸ਼ਟਰੀ ਖਾਦ ਤੇਲ ਮਿਸ਼ਨ ਆਇਲ ਪਾਮ ਦਾ ਸੰਕਲਪ ਲਿਆ ਗਿਆ ਹੈ। ਅੱਜ ਦੇਸ਼ ਭਾਰਤ ਛੱਡੋ ਅੰਦੋਲਨ ਨੂੰ ਯਾਦ ਕਰ ਰਿਹਾ ਹੈ। ਇਸ ਇਤਿਹਾਸਕ ਦਿਨ ਨੂੰ ਇਹ ਸੰਕਲਪ ਸਾਨੂੰ ਨਵੀਂ ਊਰਜਾ ਨਾਲ ਭਰ ਦਿੰਦਾ ਹੈ। ਇਸ ਮਿਸ਼ਨ ਦੇ ਮਾਧਿਅਮ ਰਾਹੀਂ ਖਾਣ ਵਾਲੇ ਤੇਲ ਨਾਲ ਜੁੜੇ ਈਕੋਸਿਸਟਮ ਤੇ 11,000 ਕਰੋੜ ਤੋਂ ਵੱਧ ਦਾ ਨਿਵੇਸ਼ ਕੀਤਾ ਜਾਵੇਗਾ। ਸਰਕਾਰ ਇਹ ਤੈਅ ਕਰੇਗੀ ਕਿ ਕਿਸਾਨਾਂ ਨੂੰ ਉੱਤਮ ਬੀਜ ਤੋਂ ਲੈ ਕੇ ਟੈਕਨੋਲੋਜੀ ਤੇ ਉਸ ਦੀ ਹਰ ਸੁਵਿਧਾ ਮਿਲੇ। ਇਸ ਮਿਸ਼ਨ ਦੇ ਤਹਿਤ
ਆਇਲ ਪਾਮ ਦੀ ਖੇਤੀ ਨੂੰ ਬਲ ਦੇਣ ਦੇ ਨਾਲ ਹੀ ਸਾਡੀਆਂ ਜੋ ਹੋਰ ਰਵਾਇਤੀ ਤੇਲ ਫਸਲਾਂ ਨੇ ਉਸ ਦੀ ਖੇਤੀ ਨੂੰ ਵੀ ਵਿਸਥਾਰ ਦਿੱਤਾ ਜਾਣਾ ਹੈ। ਸਾਥੀਓ, ਅੱਜ ਭਾਰਤ ਖੇਤੀ ਨਿਰਯਾਤ ਦੇ ਮਾਮਲੇ ਵਿੱਚ ਪਹਿਲੀ ਵਾਰ ਦੁਨੀਆ ਦੇ ਟੌਪ 10 ਦੇਸ਼ਾਂ ਵਿੱਚ ਪੁੱਜਿਆ, ਪਹਿਲੇ 10 ਦੇਸ਼ਾਂ ਵਿੱਚ ਪਹੁੰਚਿਆ। ਕੋਰੋਨਾ ਕਾਲ ਵਿੱਚ ਹੀ ਦੇਸ਼ ਨੇ ਖੇਤੀ ਨਿਰਯਾਤ ਦੇ ਨਵੇਂ ਰਿਕਾਰਡ ਬਣਾਏ। ਅੱਜ ਜਦੋਂ ਖੇਤੀ ਦੀ ਪਛਾਣ ਇੱਕ ਵੱਡੇ ਖੇਤੀ ਨਿਰਯਾਤਕ ਦੇ ਰੂਪ ਵਿੱਚ ਬਣ ਰਹੀ ਹੈ ਤਾਂ ਅਸੀਂ ਖਾਣ ਵਾਲੇ ਤੇਲ ਤੇ ਆਯਾਤ ਤੇ ਨਿਰਭਰ ਰਹੀਏ। ਇਹ ਬਿਲਕੁਲ ਠੀਕ ਨਹੀਂ। ਇਸ ਵਿੱਚ ਵੀ ਆਯਾਤੀ ਤੇਲ ਪਾਮ ਆਇਲ ਦਾ ਹਿੱਸਾ 55% ਤੋਂ ਵੀ ਵੱਧ ਹੈ। ਇਸ ਸਥਿਤੀ ਨੂੰ ਅਸੀਂ ਬਦਲਣਾ ਹੈ। ਖਾਣ ਦਾ ਤੇਲ ਖਰੀਦਣ ਲਈ ਜੋ ਹਜ਼ਾਰਾਂ ਕਰੋੜ ਰੁਪਏ ਹੋਰ ਦੇਸ਼ਾਂ ਨੂੰ ਦੇਣਾ ਪੈਂਦਾ ਹੈ ਉਹ ਦੇਸ਼ ਵਿੱਚ ਹੀ ਮਿਲਣਾ ਚਾਹੀਦਾ ਹੈ। ਭਾਰਤ ਵਿੱਚ ਪਾਮ ਆਇਲ ਖੇਤੀ ਲਈ ਹਰ ਜ਼ਰੂਰੀ ਸੰਭਾਵਨਾ ਹੈ। ਨਾਰਥ ਈਸਟ ਅਤੇ ਅੰਡੇਮਾਨ ਦੀਪ ਸਮੂਹ ਵਿੱਚ ਖਾਸ ਤੌਰ ਤੇ ਇਸ ਨੂੰ ਹੋਰ ਵਧਾਇਆ ਜਾ ਸਕਦਾ ਹੈ। ਇਹ ਉਹ ਖੇਤਰ ਹੈ ਜਿੱਥੇ ਆਸਾਨੀ ਨਾਲ ਪਾਮ ਦੀ ਖੇਤੀ ਹੋ ਸਕਦੀ ਹੈ, ਪਾਮ ਆਇਲ ਦਾ ਉਤਪਾਦਨ ਹੋ ਸਕਦਾ ਹੈ। ਦੋਸਤੋ, ਖਾਣ ਦੇ ਤੇਲ 'ਚ ਆਤਮ ਨਿਰਭਰਤਾ ਦੇ ਮਿਸ਼ਨ ਦੇ ਬਹੁਤ ਫਾਇਦੇ ਹਨ। ਇਸ ਨਾਲ ਕਿਸਾਨਾਂ ਨੂੰ ਤਾਂ ਸਿੱਧਾ ਮੁਨਾਫਾ ਹੋਣਾ ਹੀ ਹੈ। ਗਰੀਬ ਅਤੇ ਮੱਧਮ ਵਰਗ ਦੇ ਪਰਿਵਾਰਾਂ ਨੂੰ ਸਸਤਾ ਤੇ ਚੰਗੀ ਕੁਆਲਿਟੀ ਦਾ ਤੇਲ ਵੀ ਮਿਲੇਗਾ। ਇਹੀ ਨਹੀਂ, ਇਹ ਮਿਸ਼ਨ ਵੱਡੇ ਪੱਧਰ ਤੇ ਰੋਜ਼ਗਾਰ ਦਾ ਨਿਰਮਾਣ ਕਰੇਗਾ। ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ बढ़ावा देवेगा। खास तौर ते ताज़े फलों नाल जुड़े विशेष ग्रुप का विस्तार होवेगा। जिहड़े राज्यां 'च पाम ऑयल की खेती होवेगी उत्थे ट्रांसपोर्ट तो लैके फूड प्रोसैसिंग के खेतर 'च नौजवानों नूं रोज़गार मिलेगा। भरावो ते भैणों, ऑयल पाम की खेती का लाभ ਵੱਡੇ ਪੱਧਰ ਤੇ ਦੇਸ਼ ਦੇ ਛੋਟੇ ਕਿਸਾਨਾਂ ਨੂੰ ਮਿਲੇਗਾ। ਆਇਲ ਪਾਮ ਦਾ ਪ੍ਰਤੀ ਹੈਕਟੇਅਰ ਉਤਪਾਦਨ ਬਾਕੀ ਤੇਲ ਬੀਜਾਂ ਦੇ ਉਤਪਾਦਨ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦਾ ਹੈ। ਭਾਵ ਆਇਲ ਪਾਮ ਮਿਸ਼ਨ ਤੋਂ ਬਹੁਤ ਛੋਟੇ ਜਿਹੇ ਹਿੱਸੇ ਵਿੱਚ ਵੱਧ ਫਸਲ ਤੋਂ ਲੈ ਕੇ ਛੋਟੇ ਕਿਸਾਨ ਵੱਧ ਮੁਨਾਫਾ ਕਮਾ ਸਕਦੇ ਹਨ। ਸਾਥੀਓ, ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਦੇਸ਼ ਦੇ 80% ਤੋਂ ਵੱਧ ਕਿਸਾਨਾਂ ਦੇ ਕੋਲ 2 ਹੈਕਟੇਅਰ ਤੱਕ ਹੀ ਜ਼ਮੀਨ ਹੈ। ਆਉਣ ਵਾਲੇ 25 ਸਾਲਾਂ ਵਿੱਚ ਦੇਸ਼ ਦੀ ਖੇਤੀ ਨੂੰ ਉन्नत ਕਰਨ ਵਿੱਚ ਛੋਟੇ ਕਿਸਾਨਾਂ ਦੀ ਬਹੁਤ ਵੱਡੀ ਭੂਮਿਕਾ ਹੋਣ ਵਾਲੀ ਹੈ। ਇਸ ਲਈ ਹੁਣ ਦੇਸ਼ ਦੀ ਖੇਤੀ ਨੀਤੀਆਂ ਵਿੱਚ ਇਨ੍ਹਾਂ ਛੋਟੇ ਕਿਸਾਨਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸੇ ਭਾਵਨਾ ਨਾਲ ਬੀਤੇ ਸਾਲਾਂ ਵਿੱਚ ਛੋਟੇ ਕਿਸਾਨਾਂ ਨੂੰ ਸੁਵਿਧਾ ਤੇ ਸੁਰੱਖਿਆ ਦੇਣ ਦੀ ਇੱਕ ਗੰਭੀਰ ਕੋਸ਼ਿਸ਼ ਕੀਤੀ ਜਾ ਰਹੀ ਹੈ। PM ਕਿਸਾਨ ਸਨਮਾਨ ਨਿਧੀ ਦੇ ਤਹਿਤ ਹੁਣ ਤੱਕ 1,60,000 ਕਰੋੜ ਰੁਪਏ ਕਿਸਾਨਾਂ ਨੂੰ ਦਿੱਤੇ ਗਏ ਨੇ। ਇਸ ਵਿੱਚ ਲਗਭਗ 1 ਲੱਖ ਕਰੋੜ ਰੁਪਏ ਤਾਂ ਕੋਰੋਨਾ ਦੇ ਮੁਸ਼ਕਿਲ ਸਮੇਂ ਵਿੱਚ ਹੀ ਛੋਟੇ ਕਿਸਾਨਾਂ ਤੱਕ ਪਹੁੰਚਾਏ ਹਨ। ਇਹੀ ਨਹੀਂ, ਕੋਰੋਨਾ ਕਾਲ ਵਿੱਚ ਹੀ 2 ਕਰੋੜ ਤੋਂ ਵੱਧ ਕਿਸਾਨ ਕ੍ਰੈਡਿਟ ਕਾਰਡ
ਜਾਰੀ ਕੀਤੇ ਗਏ, ਜਿਨ੍ਹਾਂ 'ਚ ਅਜਿਹੇ ਛੋਟੇ ਕਿਸਾਨ ਹਨ ਅਤੇ ਇਹਨਾਂ ਦੇ ਜ਼ਰੀਏ ਕਿਸਾਨਾਂ ਨੇ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਵੀ ਲਏ ਨੇ। ਸੋਚੋ ਕਿ ਜੇਕਰ ਇਹ ਮਦਦ ਛੋਟੇ ਕਿਸਾਨਾਂ ਨੂੰ ਨਾ ਮਿਲਦੀ ਤਾਂ 100 ਸਾਲਾਂ ਦੀ ਸਭ ਤੋਂ ਵੱਡੀ ਮੁਸ਼ਕਿਲ 'ਚ ਉਹਨਾਂ ਦੀ ਕੀ ਹਾਲਤ ਹੁੰਦੀ। ਉਹਨਾਂ ਨੂੰ ਛੋਟੀਆਂ-ਛੋਟੀਆਂ ਜ਼ਰੂਰਤਾਂ ਲਈ ਕਿੱਥੇ-ਕਿੱਥੇ ਨਾ ਭਟਕਣਾ ਪੈਂਦਾ। ਭਰਾਵੋ ਤੇ ਭੈਣੋ, ਅੱਜ ਜੋ ਖੇਤੀ ਇਨਫਰਾਸਟ੍ਰਕਚਰ ਬਣ ਰਿਹਾ ਹੈ, ਜੋ ਕਨੈਕਟੀਵਿਟੀ ਦਾ ਨਵਾਂ ਇਨਫਰਾਸਟ੍ਰਕਚਰ ਬਣ ਰਿਹਾ ਹੈ, ਜੋ ਵੱਡੇ ਵੱਡੇ ਫੂਡ ਪਲਾਂਟ ਲੱਗ ਰਹੇ ਨੇ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਛੋਟੇ ਕਿਸਾਨਾਂ ਨੂੰ ਹੀ ਹੋ ਰਿਹਾ ਹੈ। ਅੱਜ ਦੇਸ਼ ਵਿੱਚ ਖਾਸ ਕਿਸਾਨ ਰੇਲ ਚੱਲ ਰਹੀ ਹੈ। ਇਹਨਾਂ ਰੇਲਾਂ ਦੇ ਜ਼ਰੀਏ ਹਜ਼ਾਰਾਂ ਕਿਸਾਨਾਂ ਨੇ ਆਪਣਾ ਉਤਪਾਦ ਘੱਟ ਕੀਮਤ ਵਿੱਚ ਟਰਾਂਸਪੋਰਟ ਦਾ ਖਰਚਾ ਬਹੁਤ ਘੱਟ ਦੇ ਕੇ ਮਾਲ ਦੇਸ਼ ਦੀ ਵੱਡੀਆਂ ਵੱਡੀਆਂ ਮੰਡੀਆਂ ਵਿੱਚ ਪਹੁੰਚਾ ਕੇ ਵੱਧ ਕੀਮਤ 'ਤੇ ਮਾਲ ਵੇਚਿਆ ਹੈ। ਇਸੇ ਤਰ੍ਹਾਂ ਜੋ ਵਿਸ਼ੇਸ਼ ਇਨਫਰਾਸਟ੍ਰਕਚਰ ਫੰਡ ਹੈ, ਉਸ ਤਹਿਤ ਵੀ ਛੋਟੇ ਕਿਸਾਨਾਂ ਲਈ ਆਧੁਨਿਕ ਭੰਡਾਰਨ ਦੀ ਸੁਵਿਧਾ ਤਿਆਰ ਹੋ ਰਹੀ ਹੈ। ਬੀਤੇ ਸਾਲ ਵਿੱਚ 6,500 ਤੋਂ ਵੱਧ ਪ੍ਰੋਜੈਕਟ ਮਨਜ਼ੂਰ ਹੋ ਚੁੱਕੇ ਨੇ। ਇਹ ਪ੍ਰੋਜੈਕਟ ਜਿਨ੍ਹਾਂ ਨੂੰ ਮਿਲੇ ਹਨ, ਉਹਨਾਂ 'ਚ ਕਿਸਾਨ ਵੀ ਹੈ, ਕਿਸਾਨਾਂ ਦੀ ਸੁਸਾਇਟੀ ਤੇ ਕਿਸਾਨ ਉਤਪਾਦਕ ਸੰਘ ਵੀ ਹਨ, ਸੈਲਫ ਹੈਲਪ ਗਰੁੱਪ ਵੀ ਹਨ ਅਤੇ ਸਟਾਰਟਅਪ ਵੀ ਹਨ। ਹਾਲ ਹੀ ਵਿੱਚ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ ਸਰਕਾਰ ਨੇ ਤੈਅ ਕੀਤਾ ਹੈ ਕਿ ਜੋ ਰਾਜਾਂ ਵਿੱਚ ਸਾਡੀਆਂ ਸਰਕਾਰੀ ਮੰਡੀਆਂ ਹਨ, ਉਹਨਾਂ ਨੂੰ ਵੀ ਇਸ ਫੰਡ ਤੋਂ ਮਦਦ ਮਿਲ ਸਕੇ। ਇਸ ਫੰਡ ਦੀ ਵਰਤੋਂ ਕਰਕੇ ਸਾਡੀਆਂ ਸਰਕਾਰੀ ਮੰਡੀਆਂ ਬਿਹਤਰ ਹੋਣਗੀਆਂ, ਜ਼ਿਆਦਾ ਮਜ਼ਬੂਤ ਹੋਣਗੀਆਂ, ਆਧੁਨਿਕ ਹੋਣਗੀਆਂ। ਭਰਾਵੋ ਤੇ ਭੈਣੋ, ਇਨਫਰਾਸਟ੍ਰਕਚਰ ਫੰਡ ਹੋਵੇ ਜਾਂ ਫਿਰ 10,000 ਕਿਸਾਨ ਉਤਪਾਦਕ ਸੰਗਠਨਾਂ ਦਾ ਨਿਰਮਾਣ, ਕੋਸ਼ਿਸ਼ ਇਹੀ ਹੈ ਕਿ ਛੋਟੇ ਕਿਸਾਨਾਂ ਦੀ ਤਾਕਤ ਨੂੰ ਵਧਾਇਆ ਜਾਵੇ। ਛੋਟੇ ਕਿਸਾਨਾਂ ਦੀ ਬਾਜ਼ਾਰ ਤੱਕ ਪਹੁੰਚ ਵੀ ਵੱਧ ਹੋਵੇ ਅਤੇ ਬਾਜ਼ਾਰ ਵਿੱਚ ਤੋਲ-ਮੋਲ ਕਰਨ ਦੀ ਉਹਨਾਂ ਦੀ ਕਾਬਲੀਅਤ ਵੀ ਵਧੇ। ਜਦੋਂ FPOs ਦੇ ਰਾਹੀਂ ਸਹਿਕਾਰੀ ਤੰਤਰ ਨਾਲ ਸੈਂਕੜੇ ਛੋਟੇ ਕਿਸਾਨ ਇਕਜੁੱਟ ਹੋਣਗੇ ਤਾਂ ਉਹਨਾਂ ਦੀ ਤਾਕਤ ਸੈਂਕੜੇ ਗੁਣਾ ਵੱਧ ਜਾਏਗੀ। ਇਸ ਨਾਲ ਫੂਡ ਪ੍ਰੋਸੈਸਿੰਗ ਹੋਵੇ ਜਾਂ ਬਰਾਮਦ, ਇਸ ਵਿੱਚ ਕਿਸਾਨਾਂ ਦੀ ਦੂਜਿਆਂ 'ਤੇ ਨਿਰਭਰਤਾ ਘਟੇਗੀ। ਉਹ ਖੁਦ ਵੀ ਸਿੱਧੇ ਵਿਦੇਸ਼ੀ ਬਾਜ਼ਾਰ ਵਿੱਚ ਆਪਣਾ ਉਤਪਾਦ ਵੇਚਣ ਲਈ ਆਜ਼ਾਦ ਹੋਣਗੇ। ਬੰਦਿਸ਼ਾਂ ਤੋਂ ਮੁਕਤ ਹੋ ਕੇ ਹੀ ਦੇਸ਼ ਦੇ ਕਿਸਾਨ ਹੋਰ ਤੇਜ਼ੀ ਨਾਲ ਅੱਗੇ ਵੱਧ ਸਕਣਗੇ। ਇਸੇ ਭਾਵਨਾ ਦੇ ਨਾਲ ਆਪਾਂ ਆਉਣ ਵਾਲੇ 25 ਸਾਲ ਤਾਂ ਕੀ ਇੱਕ ਸੰਕਲਪ ਨੂੰ ਸਿੱਧ ਕਰਨਾ ਹੈ। ਤੇਲ ਬੀਜਾਂ ਵਿੱਚ ਆਤਮ ਨਿਰਭਰਤਾ ਦੇ ਮਿਸ਼ਨ ਵਿੱਚ ਆਪਾਂ ਹੁਣੇ ਤੋਂ ਜੁਟ ਜਾਣਾ ਹੈ। ਇੱਕ ਵਾਰ ਫਿਰ PM ਕਿਸਾਨ ਸਨਮਾਨ ਨਿਧੀ ਦੇ ਸਾਰੇ ਲਾਭਪਾਤਰੀਆਂ ਨੂੰ ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਬਹੁਤ ਬਹੁਤ ਧੰਨਵਾਦ। ਮਾਣਯੋਗ ਪ੍ਰਧਾਨ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਅਖੀਰ ਵਿੱਚ ਅਸੀਂ ਮਾਣਯੋਗ ਪ੍ਰਧਾਨ ਮੰਤਰੀ ਜੀ, ਕੇਂਦਰੀ ਖੇਤੀਬਾੜੀ ਮੰਤਰੀ, ਹਾਜ਼ਰ ਮੰਤਰੀ ਸਾਹਿਬਾਨ, ਕੇਂਦਰੀ ਤੇ ਸੂਬਿਆਂ ਦੇ ਮੰਤਰੀ ਸਾਹਿਬਾਨ ਨੂੰ ਧੰਨਵਾਦ ਪੇਸ਼ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ। ਮੈਂ ਇਸ ਪ੍ਰੋਗਰਾਮ ਵਿੱਚ ਹਾਜ਼ਰ ਸਾਰੇ ਪਤਵੰਤਿਆਂ ਦਾ, ਕਿਸਾਨ ਭਰਾ ਭੈਣਾਂ ਦਾ ਵੀ ਧੰਨਵਾਦ ਕਰਦਾ ਹਾਂ।
ਸਾਰਿਆਂ ਨੂੰ ਨਮਸਕਾਰ। ਜੈ ਹਿੰਦ।